ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਪੌੜੀ ਸੋ ਸਤਿਗੁਰ ਸੇਵਹੁ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ। ਸੋ ਸਤਿਗੁਰ ਪੂਜਹੁ ਦਿਨ ਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ ਸੇਵਹੁ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ। ਸੋ ਸਤਿਗੁਰ ਪੂਜਹੁ ਦਿਨ ਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ ਦੇਖਹੁ ਇਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਤਿਸ ਸਤਿਗੁਰ ਕੀ ਸਭ ਪੱਗੀ ਪਵਹੁ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤਿ ਭੰਡਾਰ ਲਹਾਇਆ। ਤਿਸ ਸਤਿਗੁਰ ਕੀ ਸਭ ਪੱਗੀ ਪਵਹੁ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤਿ ਭੰਡਾਰ ਲਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ ਅਤੇ ਸਾਡੇ ਵਾਸਤੇ ਜੋ ਉਪਦੇਸ਼ ਪ੍ਰਾਪਤ ਹੁੰਦੇ ਨੇ,
ਸ਼੍ਰੀ ਮੁਖਵਾਕ ਦੇ ਰੂਪ ਵਿੱਚ ਜੋ ਸਾਡੇ ਵਾਸਤੇ ਅੱਜ ਦਾ ਸਬਕ ਹੈ। ਅੱਜ ਦੀ ਸਾਡੀ ਅਰਦਾਸ, ਸਾਡੀ ਮਨੋਭਾਵਨਾ, ਸਾਡੇ ਵਾਸਤੇ ਗੁਰੂ ਸਾਹਿਬ ਦਾ ਮਾਰਗਦਰਸ਼ਨ ਜੋ ਪ੍ਰਾਪਤ ਹੁੰਦਾ ਹੈ। ਅੱਜ ਮਹਾਰਾਜ ਕਹਿੰਦੇ ਨੇ ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਮਹਾਰਾਜ ਨੇ ਕਿਰਪਾ ਕੀਤੀ, ਆਪਣਿਆਂ ਪਿਆਰਿਆਂ ਨੂੰ ਆਪਣੇ ਚਰਣੀ ਲਾਇਆ। ਅਸੀਂ ਵੀ ਕਿਤੇ ਇਸ ਮੁਕਾਮ ਨੂੰ ਛੂ ਸਕੀਏ, ਇੱਥੇ ਪਹੁੰਚ ਬਣ ਸਕੇ ਕਿ ਗੁਰ ਕਰਤਾ ਸਾਨੂੰ ਵੀ ਆਪਣੇ ਚਰਣੀ ਲਾ ਲਏ। ਇਸ ਭਾਵ ਦੇ ਵਿੱਚ, ਇਸ ਅਰਦਾਸ ਦੇ ਵਿੱਚ ਅਸੀਂ ਇੱਥੇ ਟਿਕਣ ਦਾ ਯਤਨ ਕਰਦੇ ਹਾਂ ਔਰ ਉਸੇ ਭਾਵਾਂ ਦੇ ਵਿੱਚ ਠਹਿਰਦਿਆਂ ਹੋਏ ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਕੀ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨ ਲਈ ਹਾਜ਼ਰੀਆਂ ਭਰਦੇ ਆ ਅਤੇ ਗੁਰੂ ਕੇ ਉਪਦੇਸ਼ ਜੋ ਸਾਡੇ ਲਈ ਨੇ ਦ੍ਰਿੜ ਕਰਾਏ ਜਾਂਦੇ ਨੇ। ਲੜੀ ਦੇ ਪਾਵਨ ਬਚਨਾਂ ਦੀ ਸਦਕੇ ਇਹਨਾਂ ਸ਼੍ਰੀ ਮੁਖਵਾਕ ਦੇ ਗਹਿਨ ਭਾਵਾਂ ਨੂੰ ਸਮਝਣ ਦਾ ਯਤਨ ਕਰੀਦਾ ਹੁੰਦਾ ਹੈ ਅਤੇ ਲੜੀ ਵਿੱਚ ਚੱਲ ਰਹੇ ਬਚਨ ਲਗਾਤਾਰ ਅਸੀਂ ਵਡਹੰਸ ਕੀ ਵਾਰ ਵਿੱਚੋਂ ਪੜ੍ਹ ਰਹੇ ਹਾਂ। ਵਡਹੰਸ ਕੀ ਵਾਰ ਦੀ ਇਹ ਤੀਸਰੀ ਪੌੜੀ ਅੱਜ ਸਾਨੂੰ ਪ੍ਰਾਪਤ ਹੋਈ ਹੈ ਅਤੇ ਤੀਸਰੀ ਪੌੜੀ ਦੇ ਵਿੱਚ ਮਹਾਰਾਜ ਨੇ ਜੋ ਬਚਨ ਕੀਤੇ ਨੇ, ਇਹਨਾਂ ਦੇ ਹੀ ਖੁਲਾਸੇ, ਇਹਨਾਂ ਹੀ ਦੇ ਹੀ ਮੁੱਢਲੇ ਬਚਨ ਮਹਾਰਾਜ ਦੇ 2 ਦਿਨ ਤੋਂ ਲਗਾਤਾਰ ਅਸੀਂ ਵਾਚ ਰਹੇ ਹਾਂ, ਪੜ੍ਹ ਰਹੇ ਹਾਂ, ਸਮਝਣ ਦਾ ਯਤਨ ਕਰ ਰਹੇ ਹਾਂ। ਜਿਸ ਦੇ ਸਦਕੇ ਮਹਾਰਾਜ ਨੇ ਇੱਕ ਗੱਲ ਬੜੀ ਸਪਸ਼ਟ ਸਾਡੇ ਨਾਲ ਕੀਤੀ ਕਿ ਭਾਈ ਸਤਿਗੁਰ ਦੀ ਸੇਵਾ ਚਾਕਰੀ ਹੀ ਸੁਖਦਾਇਕ ਹੈ। ਜਿੱਥੋਂ ਇਸ ਤੀਸਰੇ ਸ਼ਲੋਕ ਪੌੜੀ ਦੀ ਗੱਲ ਆਰੰਭ ਕੀਤੀ ਸੀ, ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰ। ਸੰਸਾਰ ਦੇ ਵਿੱਚ ਜਿਤਨੇ ਵੀ ਅਸੀਂ ਆਪਣੇ ਘਰ ਪਰਿਵਾਰ ਵਾਸਤੇ ਅਤੇ ਆਪਣੇ ਵੱਲੋਂ ਲੀਕੇ ਹੋਏ ਕਰਮ ਧਰਮ ਕਰਦੇ ਹਾਂ, ਅਗਰ ਉਹਨਾਂ ਦੇ ਵਿੱਚ ਭਾਵ ਗੁਰੂ ਕੀ ਸੇਵਾ ਦਾ ਹੈ ਤੇ ਸੁੱਖ ਹੈ। ਅਗਰ ਉਹਦੇ ਵਿੱਚ ਸਾਡਾ ਭਾਵ ਆਪਣਾ ਹੈ, ਕੋਈ ਇੱਛਾਵਾਂ ਨੇ, ਖਾਸ ਕਰਕੇ ਅਹੰਕਾਰ ਹੈ, ਆਪਣੇ ਆਪ ਨੂੰ ਸ਼ੋਅ ਕਰਨ ਦਾ, ਆਪਣੇ ਆਪ ਨੂੰ ਸਮਾਜ ਵਿੱਚ ਸਥਾਪਿਤ ਕਰਨ ਦੀ ਇੱਛਾ ਹੈ, ਅਤੇ ਫਿਰ ਉਹਦੇ ਵਿੱਚ ਕਲੇਸ਼ ਪੈ ਜਾਂਦਾ ਹੈ। ਇਸੇ ਕਰਕੇ ਅਸੀਂ ਆਪਣੇ ਆਲੇ ਦੁਆਲੇ ਦੇ ਸਮਾਜ ਨੂੰ ਜਦੋਂ ਗਹਿਰਾਈ ਨਾਲ ਆਪਣੇ ਸੰਗੀਆਂ ਸਾਥੀਆਂ ਅਤੇ ਕੁਝ ਵਡੇਰਿਆਂ ਵੱਲ ਵੇਖਦੇ ਹਾਂ, ਬਹੁਤ ਕੁਝ ਕਰਕੇ ਵੀ ਉਹਨਾਂ ਦੇ ਘਰ ਪਰਿਵਾਰ ਅਤੇ ਮਨ ਦੇ ਕਲੇਸ਼ ਨਹੀਂ ਮੁੱਕਦੇ। ਫਿਰ ਕਹਿਣਾ ਪੈਂਦਾ ਵੀ ਭਾਈ ਇਹਨਾਂ ਦੀ ਸੇਵਾ ਦੇ ਵਿੱਚ ਸਤਿਗੁਰ ਕੀ ਚਾਕਰੀ ਨਹੀਂ, ਇਹਨਾਂ ਦੀ ਸੇਵਾ ਦੇ ਵਿੱਚ ਨਿਜ ਦਾ ਹੰਕਾਰ ਹੈ, ਇਹਨਾਂ ਦੀ ਸੇਵਾ ਦੇ ਵਿੱਚ ਨਿਜ ਦਾ ਭਾਵ ਹੈ। ਨਤੀਜਨ ਇਹਨਾਂ ਦੇ ਮਨ ਵਿੱਚ ਕਲੇਸ਼ ਰਹਿੰਦਾ ਹੈ, ਕਿਉਂਕਿ ਜੋ ਵੀ ਨਿਜ ਦਾ ਭਾਵ ਹੁੰਦਾ ਹੈ ਉਹ ਹਉਮੈ ਤੋਂ ਬਣਦਾ ਹੈ, ਅਤੇ ਹਉਮੈ ਦੇ ਭਾਵ ਜਿਹੜੇ ਨੇ ਸਦਾ ਹੀ ਮਨ ਵਿੱਚ ਮੈਲ ਨੂੰ ਪ੍ਰਗਟ ਕਰਦੇ ਨੇ, ਅਤੇ ਮੈਲ ਤੋਂ ਜਿਵੇਂ ਬਾਹਰ ਹਮੇਸ਼ਾ ਬਦਬੂ ਅਤੇ ਬਿਮਾਰੀਆਂ ਫੈਲਦੀਆਂ ਨੇ ਨਾ, ਇਸੇ ਤਰ੍ਹਾਂ ਅੰਦਰਲੀ ਮੈਲ ਤੋਂ ਵੀ ਵਿਕਾਰਾਂ ਦੀ ਬੋ ਅਤੇ ਹੰਕਾਰ ਦੇ ਰੋਗ ਅਤੇ ਕਲੇਸ਼ ਫੈਲਦੇ ਨੇ। ਬਸ ਜਿਸ ਤਰ੍ਹਾਂ ਅਸੀਂ ਬਾਹਰ ਦੀ ਸੇਵਾ ਸਫਾਈਆਂ ਕਰਦੇ ਹਾਂ, ਅੰਦਰ ਦੀ ਸੇਵਾ, ਬਾਹਰ ਦੀ ਸਫਾਈ ਦੇ ਤਮਾਮ ਹੋਰ ਪ੍ਰਬੰਧ ਨੇ, ਪਰ ਚੇਤਾ ਰੱਖਣਾ ਅੰਦਰ ਦੀ ਸਫਾਈ ਦੇ ਇੱਕੋ ਹੀ ਪ੍ਰਬੰਧ ਹੈ। ਗੁਰੂ ਕਰਤੇ ਦੀ ਜਿਤਨੀ ਵੱਧ ਤੋਂ ਵੱਧ ਕੋਈ ਸੇਵਾ ਕਰ ਸਕਦਾ ਹੈ, ਜਿਤਨਾ ਕੋਈ ਸਿਮਰਨ ਕਰ ਸਕਦਾ ਹੈ, ਸੇਵਾ ਦੇ ਨਾਲ ਨਿਰਮਲਤਾ ਅਤੇ ਕੋਮਲਤਾ ਮਿਲਦੀ ਹੈ ਅਤੇ ਸਿਮਰਨ ਦੇ ਨਾਲ ਸ਼ੁੱਧਤਾ ਪ੍ਰਾਪਤ ਹੋਣ ਲੱਗ ਪੈਂਦੀ ਹੈ। ਇਸੇ ਕਰਕੇ ਮਹਾਰਾਜ ਦੇ ਕੱਲ੍ਹ ਦੇ ਬਚਨ ਜਿੱਥੇ ਠਹਿਰੇ ਸਾਂ, ਬੜਾ ਪਿਆਰਾ ਬਚਨ ਸੀ, ਜਿਹੜੇ ਸਤਿਗੁਰੂ ਦੀ ਸੇਵਾ ਛੱਡ ਦਿੰਦੇ ਨੇ। ਕਾਰਨ ਕੋਈ ਹੋ ਸਕਦੇ ਨੇ, ਅਸੀਂ ਕਾਰਨਾਂ ਦੀ ਵਿਆਖਿਆ ਨਾ ਕਰੀਏ, ਜਦ ਕਿ ਆਮ ਸੰਸਾਰ ਦੇ ਲੋਕ ਕੇਵਲ ਅਤੇ ਕੇਵਲ ਬਾਹਰਲੇ ਕਾਰਨਾਂ ਦੀ ਵਿਆਖਿਆ ਕਰਦੇ ਨੇ। ਦੇਖੋ ਜੀ, ਆਹ ਕਾਰਨ ਬਣਿਆ ਤਾਂ ਛੱਡਤਾ, ਆਹ ਕਾਰਨ ਬਣਿਆ ਤਾਂ ਛੁੱਟ ਗਿਆ। ਅਸੀਂ ਵੀ ਕਈ ਵਾਰ ਜਦੋਂ ਗਾਹੇ ਬਗਾਹੇ ਅੱਗੇ ਪਿੱਛੇ ਹੁੰਦੇ ਹਾਂ ਅਤੇ ਇਹਨਾਂ ਦੇ ਕਾਰਨਾਂ ਦੀ ਵਿਆਖਿਆ ਕਰਦੇ ਹਾਂ। ਦੇਖੋ ਜੀ, ਕਦੇ ਸਰੀਰ ਢਿੱਲਾ ਹੋ ਗਿਆ,
ਕਦੇ ਘਰ ਵਿੱਚ ਕੋਈ ਕਲੇਸ਼ ਹੋ ਗਿਆ, ਕੋਈ ਪਰੇਸ਼ਾਨੀ ਆ ਗਈ, ਬਈ ਕਾਰਨ ਤੇ ਬਣੇ ਰਹਿੰਦੇ ਨੇ। ਸੇਵਾ ਜੋ ਕਰੜੀ ਘਾਲ ਹੁੰਦੀ ਦਾ ਮਤਲਬ ਵੀ ਇਹਨਾਂ ਕਿ ਕਾਰਨਾਂ ਨੂੰ ਟੱਪ ਕੇ ਜਾਈਏ। ਘਰ ਪਰਿਵਾਰ ਸੰਸਾਰ ਵਿੱਚ ਕੰਮ ਧੰਦੇ ਰਹਿਣੇ ਨੇ, ਸਰੀਰ ਢਿੱਲਾ ਵੀ ਰਹਿਣਾ ਹੈ। ਇੱਕ ਬਚਨ ਜਾ ਕੇ ਅੱਗੇ ਅਸੀਂ ਪਾਠ ਕਰਦੇ ਪੜ੍ਹਦੇ ਹਾਂ, ਝੱਗੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਏ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰੂ ਪਹਿ ਜਾਏ। ਹੁਣ ਹਰ ਕਿਸੇ ਦੇ ਰਾਹ 'ਚ ਸਮੁੰਦਰ ਥੋੜ੍ਹਾ ਹੈ, ਹਰ ਰੋਜ਼ ਝੱਕੜ ਝਾਂਗੀਆਂ ਥੋੜ੍ਹਾ ਹੁੰਦੇ ਨੇ। ਇਹ ਸਮੁੰਦਰ, ਇਹ ਝੱਖੜ, ਇਹ ਪਰੇਸ਼ਾਨੀਆਂ ਹੁੰਦੇ ਨੇ। ਘਰ ਪਰਿਵਾਰ 'ਚ ਕੋਈ ਪਰੇਸ਼ਾਨੀ ਕਿ ਬੜਾ ਝੱਖੜ ਝੁੱਲ ਗਿਆ, ਮਾਇਆ ਦੇ ਕੋਈ ਉਲਝਣਾਂ ਆ ਗਈਆਂ ਨੇ, ਕੋਈ ਪਰਿਸਥਿਤੀਆਂ ਵਿਪਰੀਤ ਹੋ ਗਈਆਂ ਨੇ, ਸਮੁੰਦਰ ਬਣ ਜਾਂਦਾ ਹੈ। ਉਹਨਾਂ ਦੇ ਵਿੱਚੋਂ ਦੀ ਪਾਰ ਪਾਉਣਾ। ਔਰ ਜਦੋਂ ਅਸੀਂ ਵਡੇਰਿਆਂ ਗੁਰਮੁਖਾਂ ਦੀਆਂ ਗਾਥਾਵਾਂ ਨੂੰ ਪੜ੍ਹਦੇ ਸੁਣਦੇ ਹਾਂ, ਇਹ ਨਹੀਂ ਕਿ ਉਹਨਾਂ ਦੇ ਜੀਵਨ ਵਿੱਚ ਕਿਤੇ ਕੋਈ ਮੁਸ਼ਕਿਲਾਤਾਂ ਨਹੀਂ ਆਈਆਂ, ਬੜੀਆਂ ਵੱਡੀਆਂ ਮੁਸ਼ਕਿਲਾਤਾਂ ਆਈਆਂ ਨੇ, ਪਰ ਉਹਨਾਂ ਨੇ ਇੱਕ ਸਿਰ ਰੱਖਿਆ, ਇੱਕ ਹੱਠ ਰੱਖਿਆ, ਇੱਕ ਯਤਨ ਕੀਤਾ ਕਿ ਨਹੀਂ ਅਸਾਂ ਆਪਣਾ ਤਾਣ ਲਾ ਦੇਣਾ। ਅਤੇ ਸਾਰੇ ਮੰਨਦੇ ਨੇ ਇਹ ਸਾਰਾ ਕੁਝ ਮਨ ਕਰਕੇ ਕੀਤਾ ਜਾਂਦਾ ਹੈ। ਜੇ ਮਨ ਕਰਕੇ ਮਜ਼ਬੂਤ ਹੋ ਕੇ ਕੋਈ ਇਸ ਪਾਸੇ ਤੁਰ ਪੈਂਦਾ ਹੈ ਅਤੇ ਫਿਰ ਇਹ ਸਾਰੀਆਂ ਪਰੇਸ਼ਾਨੀਆਂ ਦੇ ਪਾਰ ਪਾਏ ਜਾ ਸਕਦੇ ਨੇ। ਅਤੇ ਜਿਹੜੇ ਨਹੀਂ ਕਰ ਸਕਦੇ ਨਾ ਕਰਕੇ ਡੁੱਲ ਜਾਂਦੇ ਨੇ, ਟੁੱਟ ਜਾਂਦੇ ਨੇ, ਜਾਂ ਲਾਲਚਾਂ ਕਰਕੇ, ਲੋਭ ਕਰਕੇ, ਕਈ ਕਾਰਨ ਅਸੀਂ ਫਿਰ ਕਹਾਂਗੇ ਕਾਰਨ ਤਾਂ ਬੜੇ ਨੇ। ਲਾਲਚ ਆ ਜਾਂਦਾ ਹੈ, ਹੋਰ ਕੁਝ ਨਹੀਂ, ਚੱਲ ਘੜੀ ਸੋਰ ਸੌਂ ਲੈਂਦੇ ਹਾਂ। ਅਕਸਰ ਵੇਖਿਆ ਹੁਣ ਜਿਵੇਂ ਜੋ ਠੰਡ ਵਧਣੀ ਹੈ, ਥੋੜ੍ਹਾ ਕਿਉਂ ਨਾ, ਕੋਈ ਗੱਲ ਨਹੀਂ, ਅੱਧੇ ਘੰਟੇ ਬਾਅਦ ਸਹੀ, ਕੱਲ੍ਹ ਚਲੇ ਜਾਵਾਂਗੇ, ਕੱਲ੍ਹ ਕਰ ਲਾਂਗੇ। ਨਤੀਜਾ ਕੀ ਨਿਕਲਦਾ ਹੈ? ਮਨੁੱਖ ਟੁੱਟ ਜਾਂਦਾ ਹੈ। ਅਤੇ ਇੱਕ ਵਾਰ ਟੁੱਟ ਜਾਏ ਤਾਂ ਜੁੜਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਅਤੇ ਮਹਾਰਾਜ ਨੇ ਫਿਰ ਦੱਸਿਆ ਹੈ ਕਿ ਜੇ ਸਾਨੂੰ ਭੈ ਆ ਜਾਏ ਨਾ ਵੀ ਮੇਰੇ ਟੁੱਟਣ ਦਾ ਨਤੀਜਾ ਕੀ ਨਿਕਲਣਾ ਹੈ, ਅਤੇ ਫਿਰ ਟੁੱਟੇਗਾ ਨਹੀਂ। ਜਿਵੇਂ ਸੰਸਾਰ 'ਚ ਸਾਨੂੰ ਪਤਾ ਹੁੰਦਾ ਹੈ ਵੀ ਅਸੀਂ ਕਿਤੇ ਅਗਰ ਜੋਬ ਕਰਦੇ ਹਾਂ, ਜੇ ਟੁੱਟ ਗਏ ਤਾਂ ਮੁੜ ਕੇ ਪਤਾ ਨਹੀਂ ਕੰਮ ਮਿਲੇਗਾ ਕਿ ਨਹੀਂ ਮਿਲੇਗਾ, ਫਿਰ ਸਾਡੀ ਆਮਦਨ ਦਾ ਕੀ ਬਣੇਗਾ। ਅਤੇ ਅਸੀਂ ਭੱਜ ਕੇ ਕਰਦੇ ਹਾਂ ਨਾ, ਹਰ ਹਟਵਾਣੀਆਂ, ਹਰ ਖੇਤੀ ਵਾਲਾ ਮੌਕਾ ਕਰਦਾ ਨਾ ਕਿ ਜੇ ਵੱਤਰ ਖੁੰਝ ਗਿਆ ਤਾਂ ਫਿਰ ਭਾਈ ਫਿਰ ਕਦੋਂ ਵੱਤਰ ਆਏਗਾ ਪਤਾ ਨਹੀਂ। ਇਸ ਕਰਕੇ ਉਧਰ ਯਤਨ ਕਰਕੇ ਔਖਾ ਸੁਖਾਲਾ ਹੋ ਕੇ ਵੀ ਆਪਣੀ ਕਿਰਤਾਂ ਦੇ ਮੁਕਾਮ 'ਤੇ ਪਹੁੰਚਦਾ ਬੰਦਾ। ਠੀਕ ਇਸੇ ਤਰ੍ਹਾਂ ਸਾਨੂੰ ਇਹ ਭੈ ਹੋਵੇ ਕਿ ਭਾਈ ਜੇ ਟੁੱਟ ਗਏ ਤੇ ਨਤੀਜੇ ਮਾੜੇ ਨਿਕਲਦੇ ਨੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਕੀ ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਜਗਤ ਵਿੱਚ ਵਰਤ ਰਹੀਆਂ ਨੇ, ਅਤੇ ਗੁਰੂ ਪਾਤਸ਼ਾਹ ਸਾਹਿਬ ਦੀਆਂ ਗਾਥਾਵਾਂ 'ਚੋਂ ਇਹੀ ਨਿਕਲਦਾ ਹੈ। ਜਦੋਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਨਾਲ ਨਵਾਬ ਦੌਲਤ ਖਾਂ ਦਾ ਸੰਵਾਦ ਹੋਇਆ ਅਤੇ ਉਹਨੇ ਵੀ ਪੁੱਛਿਆ ਸੀ ਮੇਰੇ 'ਤੇ ਉਪਦੇਸ਼ ਕਰੋ, ਅਤੇ ਮਹਾਰਾਜ ਨੇ ਉਹਨੂੰ ਇਹੀ ਕਿਹਾ ਸੀ ਕਿ ਭਾਈ ਅੱਜ ਉਹ ਮਨੁੱਖੀ ਮਨ ਹੈ ਨਾ, ਇਹੀ ਨਹੀਂ ਟਿਕਦਾ। ਕਿਉਂਕਿ ਮਸੀਤ ਵਿੱਚ ਇਹੀ ਤਾਂ ਸੀਗਾ ਨਾ ਕਿ ਨਮਾਜ਼ ਪੜ੍ਹਦੇ ਆ ਮਨ ਨਹੀਂ ਟਿਕਿਆ। ਅਤੇ ਮਹਾਰਾਜ ਕਹਿਣ ਲੱਗੇ ਇਸ ਮਨ ਨੂੰ ਇੱਕ ਅਥਰੇ ਘੋੜੇ ਦੀ ਨਿਆਈ ਸਮਝੋ, ਇਸ ਨੂੰ ਜਿਵੇਂ ਲਗਾਮ ਪਾ ਕੇ ਸਵਾਰੀ ਕਰਦੇ ਹੋ ਨਾ, ਇਸੇ ਤਰ੍ਹਾਂ ਇਸ ਮਨ ਨੂੰ ਗੁਰੂ ਕੇ ਹੁਕਮ ਦੀ ਲਗਾਮ ਪਾ ਕੇ ਰੱਖੋ। ਅਤੇ ਜਿਵੇਂ ਇਸ ਘੋੜੇ ਨੂੰ ਤੁਸੀਂ ਚਾਬਕ ਮਾਰਦੇ ਹੋ ਨਾ, ਅਤੇ ਚਾਬਕਾਂ ਦੇ ਡਰ ਦੇ ਨਾਲ ਘੋੜਾ ਤੁਰਦਾ ਹੈ, ਇਸੇ ਤਰ੍ਹਾਂ ਇਸ ਮਨ ਨੂੰ ਆਉਣ ਵਾਲੇ ਨਰਕ ਦੇ ਦੁੱਖ ਦਿਖਾ, ਗਿਆਨ ਦੇ ਨਾਲ ਦੱਸ ਕਿ ਭਾਈ ਜੇ ਗੁਰ ਸੰਗਤ ਤੋਂ ਟੁੱਟ ਗਿਆ ਨਾ, ਦੇਖ ਨਰਕਾਂ ਦਾ ਭਾਗੀ ਬਣੇਗਾ, ਤੈਨੂੰ ਦੁੱਖ ਲੱਗੇਗਾ, ਅਤੇ ਫਿਰ ਉਹ ਸਮਝ ਆਏਗੀ ਅਤੇ ਫਿਰ ਚੱਲੇਗਾ। ਕਿਉਂਕਿ ਦੁੱਖ ਕੋਈ ਵੀ ਪ੍ਰਾਪਤ ਨਹੀਂ ਕਰਨਾ ਚਾਹੁੰਦਾ, ਹਰ ਕੋਈ ਸੁੱਖ ਲੱਭਦਾ। ਅਤੇ ਇਸ ਨੂੰ ਸਮਝਾ ਕਿ ਭਾਈ ਗੁਰੂ ਕੀ ਸੰਗਤ ਤੋਂ ਟੁੱਟ ਗਿਆ ਅਤੇ ਦੁਖੀ ਹੋਵੇਗਾ। ਅਤੇ ਕੱਲ੍ਹ ਅਸੀਂ ਵਾਚ ਰਹੇ ਸਾਂ, ਮਹਾਰਾਜ ਦੱਸ ਰਹੇ ਸਨ ਕੇਵਲ ਦਿਖਾ ਹੀ ਨਹੀਂ, ਸਮਝ। ਜਿਹੜੇ ਟੁੱਟੇ ਹੋਏ ਲੋਕ ਨੇ, ਜਮਪੁਰ ਬੱਧੇ ਮਾਰਿਆ ਹੈ ਕੋ ਨਾ ਸੁਣੇ ਅਰਦਾਸ, ਉਹ ਫਿਰ ਜਮਪੁਰ ਬੱਧੇ ਮਾਰੇ ਜਾਂਦੇ ਨੇ, ਉੱਥੇ ਕੋਈ ਸਰਦਾਸ ਨਹੀਂ ਸੁਣਦਾ। ਫਿਰ ਮਹਾਰਾਜ ਕੀ ਕਰੀਏ? ਕਹਿਣ ਲੱਗੇ ਧਿਆਨ ਸੋ ਸਤਿਗੁਰ ਸੇਵਹੁ ਸਾਧ ਜਨ। ਇਹ ਗੁਰਮੁਖ ਪਿਆਰਿਓ, ਤੁਸੀਂ ਤੇ ਭਲੇ ਪੁਰਖ ਹੋ, ਚੰਗੇ ਹੋ। ਕਦੇ ਕਦੇ ਠੀਕ ਹੈ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਨੇ, ਅਸੀਂ ਗਾਹੇ ਬਗਾਹੇ ਕਿਸੇ ਮਾੜੇ ਕਰਮ ਕਰਕੇ ਜਾਂ ਮਾੜੇ ਸੰਗਤ ਕਰਕੇ ਭੁੱਲ ਜਾਂਦੇ ਹਾਂ,
ਪਰ ਫਿਰ ਸਤਿਗੁਰ ਸਾਨੂੰ ਇਸ ਪਾਸੇ ਲੈ ਆਉਂਦੇ ਨੇ। ਕਹਿਣ ਲੱਗੇ ਪਿਆਰਿਓ, ਉਹ ਸਤਿਗੁਰ ਦੀ ਸੇਵਾ ਕਰਿਆ ਕਰੋ। ਮਹਾਰਾਜ, ਸਤਿਗੁਰੂ ਦੀ ਸੇਵਾ ਕਰਨ ਵਾਸਤੇ ਸਾਨੂੰ ਸਰੂਪ ਕੋਈ ਸਮਝ ਨਹੀਂ ਆਉਂਦਾ, ਕਿਉਂਕਿ ਅੱਜ ਦੇ ਸੰਦਰਭ 'ਚ ਅਸੀਂ ਕਹੀਏ ਤੇ ਸਤਿਗੁਰ ਤੇ ਸ਼ਬਦ ਸਰੂਪ ਨੇ, ਸਤਿਗੁਰ ਤਾਂ ਨਿਰੰਕਾਰ ਸਰੂਪ ਨੇ। ਮਹਾਰਾਜ ਸੇਵਾ ਕਿੱਦਾਂ ਕਰੀਏ? ਤੇ ਮਹਾਰਾਜ ਨੇ ਇੱਕ ਸ਼ਬਦ ਨਾਲ ਜੋੜ ਦਿੱਤਾ ਹੈ। ਇਹਨੂੰ ਅਸੀਂ ਅੱਖਰੀ ਅਰਥਾਂ ਟੀਕਾਕਾਰੀਆਂ 'ਚ ਅਲੱਗ-ਅਲੱਗ ਭਾਵਾਂ 'ਚ ਵਿਦਵਾਨਾਂ ਨੇ ਸਮਝਣ ਦਾ ਯਤਨ ਕੀਤਾ ਹੈ। ਪਰ ਦਾਰਸ਼ਨਿਕ ਲੋਕ ਇੰਝ ਕਹਿੰਦੇ ਨੇ, ਜੇ ਤੂੰ ਸਤਿਗੁਰੂ ਦੀ ਸੇਵਾ ਕਰਨੀ ਹੈ ਨਾ, ਤੇ ਪਹਿਚਾਨ ਕਰ ਨੇੜੇ ਤੇੜੇ ਸਾਧ ਜਨ ਕਿਹੜਾ, ਗੁਰਮੁਖ ਜਨ ਕਿਹੜੇ ਨੇ। ਗੁਰਮੁਖਾਂ ਦੀ ਸੰਗਤ ਕਰ, ਐਵੇਂ ਨਹੀਂ ਕਿਤੇ ਭੀੜ ਇਕੱਠੀ ਹੋਈ ਤੇ ਉੱਥੇ ਜਾ ਵੜੇ। ਇਹ ਪਹਿਚਾਨ ਕਰਨਾ, ਜਦੋਂ ਵੀ ਕਿਤੇ ਸੰਗਤ ਵਾਸਤੇ ਜਾਣਾ, ਬਹੁਤਾ ਇਕੱਠ ਮਤ ਦੇਖਣਾ ਵੀ ਬਹੁਤੇ ਬੰਦੇ ਕਿੱਥੇ ਖੜੇ ਨੇ, ਕਿਉਂਕਿ ਗੁਰਮੁਖ ਜਨਾਂ ਦੇ ਇਕੱਠ ਬਹੁਤ ਵੱਡੇ ਨਹੀਂ ਹੁੰਦੇ। ਇਹ ਕੋਈ ਦਾਵਾ ਨਹੀਂ ਹੈ ਕਿ ਜਿੱਥੇ 200-400 ਬੰਦਾ ਬੈਠਾ ਹੋਏਗਾ ਉੱਥੇ ਜ਼ਰੂਰੀ ਹੀ ਗੁਰਮੁਖ ਹੋਣਗੇ, ਨਹੀਂ। ਭੀੜ ਤਾਂ ਮੇਲਿਆਂ ਵਿੱਚ ਵੀ ਬਹੁਤ ਹੁੰਦੀ ਹੈ, ਭੀੜ ਤਾਂ ਹੋਰਨਾਂ ਥਾਵਾਂ 'ਤੇ ਵੀ ਹੋ ਸਕਦੀ ਹੈ। ਮਨੁੱਖਾਂ ਦਾ ਇਕੱਠ ਹੀ ਪ੍ਰਮਾਣ ਨਹੀਂ ਹੈ। ਪ੍ਰਮਾਣ ਕੀ ਹੈ? ਕਹਿਣ ਕਿ ਸਾਧ ਜਨ, ਜਿੱਥੇ ਸਾਧੂ ਜਨ ਹੋਣ। ਇਸੇ ਕਰਕੇ ਸਾਨੂੰ ਸਾਡੇ ਵਡੇਰਿਆਂ ਤੋਂ ਇੱਕ ਨਾਮ ਸੰਬੋਧਨ ਮਿਲਦਾ ਹੈ। ਆਪਾਂ ਹੁਣ ਦਰਬਾਰ ਹਾਲ 'ਚ ਬੈਠੇ ਹਾਂ, ਕਈ ਵਾਰ ਇੱਥੇ ਪੂਰਾ ਦਰਬਾਰ ਹਾਲ ਖਚਾ ਖਚ ਭਰਿਆ ਹੁੰਦਾ ਹੈ, ਅਤੇ ਕਈ ਵਾਰ ਐਸਾ ਵਕਤ ਵੀ ਹੁੰਦਾ ਹੈ ਕੀਰਤਨੀਏ ਸਿਰਫ ਕੀਰਤਨ ਕਰ ਰਹੇ ਹੁੰਦੇ ਨੇ, ਇੱਕਾ ਦੁੱਕਾ ਕੋਈ ਪ੍ਰਸ਼ਾਦ ਵਾਲਾ ਤਾਬਿਆ ਸੇਵਾਦਾਰ ਹੈ, ਜਾਂ ਕੋਈ ਟਾਵਾਂ ਵਿਰਲਾ ਭਗਤ ਪਿਆਰਾ ਗੁਰਮੁਖਾ ਬੈਠਾ ਹੈ। ਜੇ ਫਿਰ ਵੀ ਉਦੋਂ ਅਸੀਂ ਕਹਾਂਗੇ ਤੇ ਕਿੱਥੇ ਆਏ ਹਾਂ? ਸਾਧ ਸੰਗਤ 'ਚ। ਗਿਣਤੀ ਮਾਇਨੇ ਨਹੀਂ ਰੱਖਦੀ। ਸਾਧ ਸੰਗਤ ਦੀ ਗਿਣਤੀ ਬਸ ਇੱਕ ਸਿੱਖ ਦੋਏ ਸਾਧ ਸੰਗ। ਜੇ ਇੱਕ ਤੇ ਸੁਣਾਉਣ ਵਾਲਾ, ਇੱਕ ਸੁਣਨ ਵਾਲਾ, ਦੋ ਮਿਲ ਗਏ ਤੇ ਬਹੁਤ ਹੈ। ਇਸੇ ਕਰਕੇ ਜਦੋਂ ਦੋ ਮਿਲਦੇ ਆ ਤੇ ਸਤਿਗੁਰੂ ਨੇ ਸਾਨੂੰ ਜੁਗਤ ਦਿੱਤੀ ਕਿ ਤੂੰ ਵਾਹਿਗੁਰੂ ਬੋਲ, ਉਹ ਵੀ ਵਾਹਿਗੁਰੂ ਬੋਲੇ, ਦੋਨੋਂ ਵਾਹਿਗੁਰੂ ਬੋਲੋ, ਸਾਧ ਸੰਗਤ ਹੋ ਜਾਏਗੀ। ਤੂੰ ਵੀ ਕਹੇ ਵਾਹਿਗੁਰੂ ਜੀ ਕਾ ਖਾਲਸਾ, ਖਿੜ ਜਾ, ਉਹ ਵੀ ਕਹੇ ਵਾਹਿਗੁਰੂ ਜੀ ਕਾ ਖਾਲਸਾ। ਦੋਨਾਂ ਨੇ ਵਾਹਿਗੁਰੂ ਕਿਹਾ, ਵਾਹਿਗੁਰੂ ਜੀ ਕੀ ਫਤਿਹ ਕਿਹਾ। ਦੋਨਾਂ ਨੇ 4 ਵਾਰ, 2 ਵਾਰ ਤੂੰ ਤੇ 2 ਵਾਰ ਉਹਨੇ ਵਾਹਿਗੁਰੂ ਜਪ ਲਿਆ ਨਾ, ਤੇ 2 ਦਾ 2 4 ਹੋ ਗਿਆ। ਤੇ ਸਿਆਣੇ ਕਹਿੰਦੇ ਤੇ ਗੁਣਾਤਮਕ ਹੁੰਦਾ ਹੈ। ਜਦੋਂ ਜੇ ਪ੍ਰੇਮ ਨਾ ਹੋਏਗਾ ਤੇ 4 ਤੂੰ 16 ਵਾਰ ਹੋ ਜਾਏਗਾ। ਇਹ ਤੇ ਗੁਣਾਤਮਕ ਵਧੀ ਜਾਂਦਾ ਹੈ। ਇਸ ਕਰਕੇ ਇੱਥੇ ਗਿਣਤੀ ਨਹੀਂ, ਬਸ ਇੱਕ ਪੈਮਾਨਾ ਹੈ। ਸਾਧ ਜਨ, ਕਿਹੜੇ ਜਨ? ਜੋ ਸਾਧ ਨੇ। ਤੇ ਸਾਧ ਕੌਣ ਨੇ? ਜੋ ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰ ਰਹੇ ਹੁੰਦੇ ਨੇ। ਸਾਧੂਆਂ ਦੇ ਗੁਰਬਾਣੀ ਦੇ ਮੁਤਾਬਕ ਅਸੀਂ 3 ਮਾਤਰਕ ਭੇਤ ਵੇਖੇ ਨਾ। ਆਪ ਤੇ ਪਾਠ ਕਰਦੇ ਹੋ, ਪਾਠ ਕਰਦਿਆਂ ਕਰਦੇ ਸਾਧੂ ਦੇ 3 ਮਾਤਰਕ ਭੇਤ ਨੇ। ਇੱਕ ਨਾ ਥਾਵਾਂ 'ਤੇ ਧੱਦਾ ਮੁਕਤ ਹੁੰਦਾ ਹੈ, ਕਿਤੇ ਧੱਦੇ ਨੂੰ ਔਂਕੜ ਲੱਗਾ ਹੁੰਦਾ ਹੈ, ਕਿਤੇ ਧੱਦੇ ਨੂੰ ਦੁਲੈਂਕੜੇ ਲੱਗੇ ਹੁੰਦੇ ਨੇ। ਇਹ ਹੈ ਸੀ ਸਾਧ, ਸਾਧੂ, ਸਾਧੂ ਕਹਿੰਦੇ ਨਾ। ਇਹ ਸਾਧ ਜਨ ਦੇ ਹੀ 3 ਮਾਤਰਕ ਭੇਤ ਨੇ। ਪਹਿਲਾ ਪੜਾਵੋ, ਜਿਵੇਂ ਆਪਾਂ ਹੁਣ ਬੈਠੇ ਹਾਂ, ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰ ਰਹੇ ਹਾਂ। ਨਹੀਂ ਟਿਕਦਾ ਕੋਈ ਗੱਲ ਨਹੀਂ, ਪਰ ਕੋਸ਼ਿਸ਼ ਤਾਂ ਹੈ ਨਾ ਕਿ ਮਨ ਟਿਕ ਜਾਏ। ਥੋੜ੍ਹੀ ਦੇਰ ਬਾਅਦ ਕੀਰਤਨ ਹੁੰਦਾ ਹੈ, ਕਥਾ ਹੁੰਦੀ ਰਹਿੰਦੀ ਹੈ, ਬਾਣੀ ਦਾ ਪ੍ਰਵਾਹ ਸਾਡੇ 'ਤੇ ਅਸਰ ਕਰਦਾ ਹੈ। ਜਿਵੇਂ ਅਸੀਂ ਥੱਕੇ ਟੁੱਟੇ ਆਉਂਦੇ ਹਾਂ, ਪਾਣੀ ਪੀਤਾ, ਥੋੜ੍ਹਾ ਜਿਹਾ ਸਾਹ ਆਇਆ, ਕਹਿਣ ਲੱਗੇ ਹਾਂ 10-15 ਮਿੰਟ ਬਾਅਦ ਹੁਣ ਦਮ ਆ ਗਿਆ, ਹੁਣ ਸਾਹ ਠੀਕ ਹੋ ਗਿਆ। ਉਦੋਂ ਸਾਨੂੰ ਇੱਕ ਮਾਤਰਾ ਮਿਲ ਜਾਂਦੀ ਹੈ। ਜਦੋਂ ਥੋੜ੍ਹਾ ਜਿਹਾ ਟਿਕਾਓ ਬਣ ਜਾਂਦਾ ਹੈ, ਮਨ ਇੱਧਰ ਉੱਧਰ ਭਟਕ ਛੱਡ ਦਿੰਦਾ ਹੈ, ਟਿਕਣ ਲੱਗ ਪੈਂਦਾ, ਉਦੋਂ ਇੱਕ ਮਾਤਰਾ ਮਿਲ ਜਾਂਦੀ ਹੈ। ਅਭਿਆਸੀ ਮੰਨਦੇ ਨੇ ਲਗਭਗ ਜੇ ਕਿਤੇ ਅਸੀਂ ਇੱਥੇ ਟਿਕੇ ਰਹੀਏ, ਮੰਨ ਲਓ 1 ਘੰਟਾ ਇੱਥੇ ਆਸਾ ਕੀ ਵਾਰ 1.5 ਘੰਟਾ ਕੀਰਤਨ ਹੁੰਦਾ ਹੈ, ਕੋਈ ਅਭਿਆਸੀ ਆਇਆ ਪਿੱਛੋਂ ਥੱਕ ਕੇ ਚੱਲਿਆ ਆਇਆ, ਹੁਣ ਇੱਕਦਮ ਤੇ ਨਹੀਂ ਮਨ ਟਿਕੇਗਾ ਨਾ। ਪਹਿਲਾਂ ਮੱਥਾ ਟੇਕੇਗਾ, ਟਿਕਾਣਾ ਲਏਗਾ, ਸਾਹ ਠੀਕ ਕਰੇਗਾ। ਇੰਨਾ ਕੁਝ ਕਰਦਿਆਂ ਉਹਨੂੰ ਅੱਧੀ ਪੌਣੀ ਘੜੀ ਲੱਗ ਜਾਂਦੀ ਹੈ, 10-15 ਮਿੰਟ ਗੁਜ਼ਰ ਜਾਂਦੇ। ਅੱਧੀ ਪੌਣੀ ਘੜੀ ਬਾਅਦ ਕਿਤੇ ਮਨ ਟਿਕਣ ਲੱਗਦਾ ਹੈ। 24 ਮਿੰਟਾਂ ਬਾਅਦ ਮਨ ਸਥਿਰ, ਤਨ ਸਥਿਰ ਹੋ ਜਾਂਦਾ ਹੈ। 1 ਘੜੀ ਬਾਅਦ ਇਹਨੂੰ ਇੱਕ ਮਾਤਰਾ ਮਿਲ ਜਾਂਦੀ ਹੈ। ਹੁਣ ਸਾਧ ਤੋਂ ਸਾਧੂ ਹੋ ਗਿਆ, ਪਹਿਲੀ ਮਾਤਰਾ ਮਿਲ ਗਈ। ਜੇ ਅਗਾਂਹ ਫਿਰ 1.5 ਘੜੀ ਕਿਤੇ ਬੈਠਾ ਰਿਹਾ, ਯਾਨੀ ਕਿ 15 ਮਿੰਟ 12 ਮਿੰਟ ਹੋਰ ਬੈਠਾ ਰਿਹਾ, ਟਿਕਿਆ ਰਿਹਾ, ਫਿਰ ਦੂਜੀ ਮਾਤਰਾ ਮਿਲ ਜਾਏਗੀ, ਫਿਰ ਸਾਧੂ ਹੋ ਜਾਏਗਾ। ਜੇ ਹੋਰ ਟਿਕਿਆ ਰਹੇ, ਫਿਰ ਮਨ ਸ਼ਾਂਤ ਤੇ ਅਡੋਲ ਹੋ ਜਾਏਗਾ, ਫਿਰ ਸੰਤ ਹੋ ਜਾਏਗਾ।
ਬੇਸ਼ੱਕ ਅਸੀਂ ਪਹਿਚਾਣ ਪਾਵਾਂਗੇ ਕਿ ਨਹੀਂ ਪਹਿਚਾਣ ਪਾਵਾਂਗੇ, ਅਸੀਂ ਤਾਂ ਕਹਾਂਗੇ ਗੱਲ ਇਹੋ ਹੀ ਹੈ ਜਿਹੜਾ ਹੁਣੇ ਆ ਕੇ ਬੈਠਾ ਸੀ, ਪਰ ਉਹਦੀਆਂ ਅਵਸਥਾਵਾਂ ਬਦਲਦੀਆਂ ਜਾਣਗੀਆਂ। ਅਤੇ ਜਦੋਂ ਤੀਜੀ ਚੌਥੀ ਪੌੜੀ 'ਤੇ ਪਹੁੰਚ ਜਾਂਦਾ ਨਾ, ਮਹਾਰਾਜ ਕਹਿਣਗੇ ਫਿਰ ਹੁਣ ਤਾਂ ਕੀ ਹੈ, ਹੁਣ ਤਾਂ ਇਹਦੇ ਨੇੜੇ ਵੀ ਕੋਈ ਬਹਿ ਜਾਏ ਨਾ ਉਹਨੂੰ ਵੀ ਠੰਡਕ ਮਿਲੇਗੀ। ਉੱਥੇ ਤੇ ਹੁੰਦਾ ਹੈ ਸੰਤ ਸੰਗਤ ਰਾਮ ਹਿਰਦੈ ਬਸਾਈ। ਐਸੇ ਗੁਰਮੁਖਾਂ ਦੇ ਐਸੇ ਟਿਕੇ ਹੋਏ ਪੜਾਵਾਂ 'ਤੇ ਪਹੁੰਚ ਜਾਈਏ ਅਤੇ ਸਾਡੇ ਸਧਾਰਨ ਜੀਆਂ ਦੇ ਹਿਰਦਿਆਂ ਵਿੱਚ ਵੀ ਵਾਹਿਗੁਰੂ ਜੀ ਕੇ ਨਾਮ ਦਾ ਪ੍ਰਵੇਸ਼ ਹੋਣ ਲੱਗ ਪੈਂਦਾ ਹੈ, ਕਿਉਂਕਿ ਉਹਨਾਂ ਦਾ ਉਹ ਰਾਹ ਇੰਨਾ ਉਸ ਵਕਤ ਮਜ਼ਬੂਤ ਹੋ ਜਾਂਦਾ ਹੈ ਕਿ ਹੁਣ ਉਹ ਪ੍ਰਭਾਵਿਤ ਕਰ ਲੈਂਦੇ ਨੇ। ਇਸੇ ਕਰਕੇ ਸੰਗਤ ਵਿੱਚ ਆ ਕੇ ਸਾਡੇ ਵਰਗਾ ਮਾੜੇ ਤੋਂ ਮਾੜਾ ਜੀਵ ਵੀ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦਾ। ਜਿਸ ਤੋਂ ਬਾਹਰ ਨਹੀਂ ਜਪਿਆ ਜਾਂਦਾ ਤਾਂ 5-7 ਮਿੰਟ ਵੀ ਜਿਹਨੂੰ ਜਪਣਾ ਔਖਾ ਹੈ, ਉਹ ਵੀ ਇੱਥੇ ਆ ਕੇ ਉੱਚੀ ਉੱਚੀ ਬੋਲਦੇ ਵੇਖੇ ਨਾ ਕੀਰਤਨ ਜਦ ਧੁਨਾਂ ਗੁੰਜਾਰਾਂ ਪੈਂਦੀਆਂ, ਅਤੇ ਮਾੜੇ ਤੋਂ ਮਾੜਾ ਬੰਦਾ ਵੀ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੁੰਦਾ, ਕਿਉਂਕਿ ਉਦੋਂ ਮਾਹੌਲ ਟਿਕ ਜਾਂਦਾ ਹੈ। ਮਾਤਰਾਵਾਂ ਗੁਰਬਾਣੀ ਦੀਆਂ ਪ੍ਰਭਾਵਿਤ ਕਰਦੀਆਂ ਨੇ। ਇਹ ਮਾਤਰਾਵਾਂ ਕਰ ਵਿਆਕਰਣ ਦੀਆਂ ਨਹੀਂ, ਜੋ ਗੁਰਬਾਣੀ ਦੇ ਪ੍ਰਭਾਵ ਨੇ ਉਹ ਸਾਨੂੰ ਆਪਣੇ ਨਾਲ ਜੋੜ ਲੈਂਦੇ ਨੇ। ਇਸ ਕਰਕੇ ਕਹਿਣ ਲੱਗੇ ਸੋ ਸਤਿਗੁਰ ਸੇਵਹੁ ਸਾਧ ਜਨ। ਸਤਿਗੁਰ ਕਿਹੜਾ ਸੇਵੀਏ? ਸਤਿਗੁਰ ਦੀ ਸੇਵਾ ਤਾਂ ਭਾਈ ਸ਼ਬਦ ਦੀ ਕੀ ਕਰਾਂਗੇ, ਪਾਠ ਕਰਾਂਗੇ, ਜਾਪ ਕਰ ਲਾਂਗੇ, ਉਹ ਤਾਂ ਇੱਕ ਅਲੱਗ ਲੈਵਲ ਹੈ ਨਾ। ਪਰ ਸਤਿਗੁਰੂ ਦੀ ਸੇਵਾ ਕਰਨ ਵਾਸਤੇ ਤੈਨੂੰ ਗੁਰਮੁਖ ਸੰਗਤ ਕਰਨੀ ਪੈਣੀ ਹੈ। ਇਹੀ ਅੱਜ ਤੱਕ ਸਾਡੇ ਵਡੇਰਿਆਂ ਤੋਂ ਸੀਨਾ ਬਸੀਨਾ ਚੱਲਦੀ ਆ। ਅੱਜ ਪ੍ਰਭਾਤ ਫੇਰੀਆਂ 'ਤੇ ਸੰਗਤ ਦੇ ਪਿਆਰੇ ਕਿਉਂ ਕੋਈ ਚਾਹ ਲੈ ਕੇ ਬੈਠਾ ਹੈ, ਸਰਦੀ ਦੇ ਵਿੱਚ ਕੋਈ ਮਿਠਾਈ ਵੰਡ ਰਿਹਾ ਹੈ, ਕੋਈ ਫੁੱਲ ਲੈ ਕੇ ਬੈਠਾ ਹੈ, ਕੋਈ ਹੋਰ ਜੋ ਸਮੇਂ ਦੇ ਮੁਤਾਬਕ ਹੈ ਕਿਉਂ ਕਰਦਾ ਪਿਆ। ਅਸੀਂ ਦਿਖਾਵੇ 'ਚ ਬਹੁਤ ਸਾਰੀਆਂ ਟੀਕਾ ਟਿੱਪਣੀਆਂ ਨਾ ਪਿਆਰਿਆਂ 'ਤੇ ਕਰਦੇ ਰਹਿੰਦੇ ਹਾਂ। ਅਗਾਹੇ ਬਗਾਹੇ ਹੁੰਦਾ ਨਾ, ਇਹ ਕਿਉਂ ਕਰਦੇ ਨੇ, ਆਹ ਕਿਉਂ ਕਰਦੇ ਨੇ, ਇੱਥੇ ਕਿਸੇ ਸਟਾਲ ਕਿਉਂ ਲਾਤਾ ਹੈ, ਇਹ ਚਾਹ ਕਿਉਂ ਪਿਆ ਰਿਹਾ, ਇਹ ਪ੍ਰਸ਼ਾਦ ਕਿਉਂ ਵੰਡਦਾ ਹੈ। ਉਹ ਭਾਈ ਉਹ ਤੁਹਾਨੂੰ ਕੁਛ ਨਹੀਂ ਕਹਿ ਰਿਹਾ, ਉਹ ਆਪਣੇ ਗੁਰੂ ਦੀ ਸੇਵਾ ਕਰ ਰਿਹਾ। ਉਹਦੇ ਮਨ 'ਚ ਭਾਵ ਹੈ ਕਿ ਇਹ ਜੋ ਸੰਗਤ ਕੀਰਤਨ ਕਰਦੇ ਤੁਰੇ ਆ, ਇਹ ਗੁਰੂ ਕੇ ਪਿਆਰ ਵਿੱਚ, ਇਹ ਸਾਧ ਜਨ ਨੇ, ਵਿਅਕਤੀਗਤ ਨਿੱਕੇ ਨਿੱਕੇ ਬਾਲਕੇ ਨਹੀਂ ਗਏ, ਇਹ ਸਾਧ ਜਨ ਨੇ। ਤਾਂ ਇਹਨਾਂ ਸਾਧ ਜਨਾਂ ਦੀ ਸੇਵਾ ਕਰ ਰਿਹਾ, ਔਰ ਐਸੇ ਵੇਖਿਆ ਬਰਕਤਾਂ ਉਹਨਾਂ ਨੂੰ ਮਿਲਦੀਆਂ ਨੇ। ਜਿਤਨੀ ਕੋਈ ਸੇਵਾ ਪ੍ਰੇਮ ਨਾਲ ਕਰੀ ਜਾਂਦਾ ਹੈ, ਉਹਨਾਂ ਦੀ ਬਰਕਤਾਂ ਮਿਲ ਜਾਂਦੀਆਂ। ਗੁਰਮੁਖ ਜਨ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਕਿਤੇ ਸੰਗਤ ਬੈਠੀ ਕੀਰਤਨ ਕਰ ਰਹੀ, ਆਨੰਦ ਵਿੱਚ ਬੈਠੇ ਹੋਏ ਨੇ, ਤੁਸੀਂ ਜਾ ਕੇ ਕੋਈ ਸੇਵਾ ਨਹੀਂ ਕਰ ਪਾਏ, ਸੁਣ ਵੀ ਨਹੀਂ ਪਾਏ, ਤੁਹਾਡੇ ਕੋਲ ਸਮਾਂ ਨਹੀਂ, ਕੋਈ ਮਜਬੂਰੀ ਹੈ ਘਰ ਪਰਿਵਾਰ ਦੀ, ਤੁਸੀਂ ਦਰਵਾਜ਼ੇ 'ਤੇ ਚੰਦ ਪਲ ਠਹਿਰ ਜਾਓ, ਬਸ ਪਿਆਰ ਦੇ ਨਾਲ ਸ਼ਰਧਾ ਨਾਲ ਉਹਨਾਂ ਨੂੰ ਵੇਖ ਲਓ, ਅਦਬ ਨਾਲ ਸਿਰ ਝੁਕਾ ਕੇ ਸੱਚੇ ਪਾਤਸ਼ਾਹ ਨੂੰ ਕਹੋ ਮਹਾਰਾਜ ਆ ਤੇਰੇ ਪਿਆਰੇ ਤੇਰੇ ਦਰ 'ਤੇ ਬੈਠੇ ਸ਼ੋਭਾ ਪਾ ਰਹੇ ਨੇ, ਭਗਤ ਤੇਰੇ ਮਨ ਭਾਵੰਦੇ, ਦਰ ਸੋਹਨ ਕੀਰਤ ਗਾਵੰਦੇ। ਮੈਨੂੰ ਸੁਭਾਗ ਨਹੀਂ ਮਿਲਿਆ, ਮੇਰੇ ਘਰ ਪਰਿਵਾਰ ਦੀ ਕੋਈ ਮਜਬੂਰੀ ਹੈ, ਮੈਨੂੰ ਜ਼ਰੂਰੀ ਜਾਣਾ ਹੈ। ਅਤੇ ਜੇ ਇਹੀ ਭਾਵ ਲੈ ਕੇ ਅਸੀਂ ਚਲੇ ਜਾਵਾਂਗੇ ਤਾਂ ਉਹਨਾਂ ਦੇ ਦਰਸ਼ਨ ਵੀ ਲਾਭ ਦਿੰਦੇ ਨੇ। ਐਸੇ ਵਕਤ ਐਸੇ ਭਾਵਾਂ 'ਚ ਪਰ ਜ਼ਰੂਰਤ ਹੈ ਸਾਡੇ ਮਨ ਦੇ ਭਾਵ ਕਿਹੋ ਜਿਹੇ ਨੇ, ਸਾਡੇ ਮਨ ਦੇ ਖਿਆਲਾਤ ਕਿਹੋ ਜਿਹੇ ਬਣ ਜਾਂਦੇ ਨੇ। ਅਤੇ ਕਹਿਣ ਲੱਗੇ ਸੋ ਸਤਿਗੁਰ ਸੇਵਹੁ, ਉਸ ਸਤਿਗੁਰ ਦੀ ਸੇਵਾ ਕਰਿਆ ਕਰੋ। ਸਤਿਗੁਰ ਦਾ ਸਰੂਪ ਅੱਜ ਕਿਹੜਾ ਹੈ? ਸਾਧ ਜਨ। ਸਾਧ ਜਨ ਦਾ ਸਰੂਪ ਗੁਰਬਾਣੀ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ। ਭਾਈ ਗੁਰਸਿੱਖਾਂ ਵਿੱਚ ਸਤਿਗੁਰੂ ਵਰਤ ਰਹੇ ਨੇ, ਇਸ ਕਰਕੇ ਗੁਰਸਿੱਖਾਂ ਕੀ ਸੇਵਾ ਕਰੋਗੇ ਤੇ ਭਾਈ ਸਤਿਗੁਰੂ ਕੀ ਸੇਵਾ ਹੋ ਜਾਏਗੀ। ਔਰ ਪੁਰਾਣੀ ਗਾਥਾ ਅਸੀਂ ਕਈ ਵਾਰ ਪੜ੍ਹੀ ਸੁਣੀ ਹੈ, ਬਾਰ-ਬਾਰ ਸਾਂਝੀ ਕਰਦੇ ਨਾ, ਕਿ ਜੋ 6ਵੇਂ ਪਾਤਸ਼ਾਹ ਸਾਹਿਬ ਜੀ ਨੇ ਕਸ਼ਮੀਰ 'ਤੇ ਪਹਾੜਾਂ ਦੀ ਯਾਤਰਾ ਦੇ ਦਰਮਿਆਨ ਜੇ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਚੱਲੀਏ ਅਤੇ ਉਹਨਾਂ 'ਚੋਂ ਕੋਈ ਭਾਈ ਕੱਟੂ ਨਾਮ ਦਾ ਬੜਾ ਪਿਆਰਾ ਨਿਰਮਲ ਸੇਵਕ ਹੈ, ਸਰੀਰ ਕਰਕੇ ਥੋੜ੍ਹੀ ਵਡੇਰੀ ਉਮਰ ਹੈ, ਅਤੇ ਪਹਾੜਾਂ 'ਤੇ ਚੜ੍ਹਦਿਆਂ ਵਡੇਰਾ ਸਰੀਰ ਅਤੇ ਪਹਾੜਾਂ ਦਾ ਅਭਿਆਸ ਨਾ ਹੋਣ ਕਰਕੇ ਵੀ ਥੋੜ੍ਹਾ ਜਿਹਾ ਸਾਹ ਦਾ ਔਖਾ ਹੋ ਗਿਆ, ਅਤੇ ਉਹਨੇ ਕਿਸੇ ਕਿਹਾ ਭਾਈ ਸ਼ਹਿਦ ਮਿਲ ਜਾਏ ਤਾਂ ਤੈਨੂੰ ਸੌਖਾ ਹੋ ਜਾਏਗਾ। ਸ਼ਹਿਦ ਕਿੱਥੋਂ ਮਿਲੇ? ਪਤਾ ਲੱਗਾ ਜੀ ਜਿਹੜਾ ਮੁਖੀ ਸੰਗਤ ਦਾ ਜਾ ਰਿਹਾ ਉਹਦੇ ਕੋਲ ਹੈਗਾ ਹੈ, ਉਹ ਸਤਿਗੁਰ ਕੀ ਭੇਟਾ ਲੈ ਕੇ ਚੱਲੇ ਨੇ, ਮੰਗ ਲਾ। ਇਹਨੇ ਜਾ ਕੇ ਮੰਗਿਆ, ਉਹਨੇ ਨਹੀਂ ਦਿੱਤਾ, ਠੀਕ ਹੈ, ਉਹਦੇ ਆਪਣੇ ਭਾਵ ਹੋਣਗੇ, ਉਹਨੇ ਦਿੱਤਾ ਨਹੀਂ ਹੈ। ਮਹਾਰਾਜ ਦੇ ਹਜ਼ੂਰ ਜਦੋਂ ਭੇਟ ਕੀਤਾ ਹੈ ਅਤੇ ਮਹਾਰਾਜ ਨੇ ਕਿਹਾ ਵੀ ਖੋਲ੍ਹ ਕੇ ਦਿਖਾ ਭਾਈ ਕੀ ਲੈ ਕੇ ਆਇਆ। ਉਹਨੇ ਕਿਹਾ ਜੀ ਮਹਾਰਾਜ ਬੜਾ ਨਿਰਮਲ ਸ਼ੁੱਧ ਸ਼ਹਿਦ ਹੈ। ਕਹਿਣ ਲੱਗੇ ਢੱਕਣ ਤਾਂ ਖੋਲ੍ਹ ਇਹਦਾ। ਢੱਕਣ ਖੋਲ੍ਹਿਆ ਅਤੇ ਵੇਖਿਆ ਕਿਰਮ ਰਿੰਗਦੇ ਪਏ। ਮਹਾਰਾਜ ਕਹਿਣ ਲੱਗੇ ਕਿਰਮਾਂ ਵਾਲਾ ਸ਼ਹਿਦ ਤੂੰ ਕਹਿੰਦੇ ਸ਼ੁੱਧ ਸਾਡੇ ਲਈ? ਹੈਰਾਨ ਹੋ ਗਿਆ, ਕਹਿਣ ਲੱਗਾ ਬਾਬਾ
ਸ਼ਹਿਦ ਵੀ ਤਾਂ ਕਦੇ ਕਿਰਮ ਪਏ ਦੇਖੇ ਨਹੀਂ, ਮੈਂ ਤਾਂ ਪੁਣ ਛਾਣ ਕੇ ਲੈ ਕੇ ਆਇਆ। ਮਹਾਰਾਜ ਕਹਿਣ ਲੱਗੇ ਠੀਕ ਹੈ, ਤੂੰ ਪੁਣ ਛਾਣ ਕੇ ਲੈ ਕੇ, ਇਹ ਕਿਰਮ ਸਿਰਫ ਤੈਨੂੰ ਦਿਸਦੇ ਨੇ, ਹੋਰਨਾਂ ਲਈ ਨਹੀਂ ਗਏ। ਮਹਾਰਾਜ ਕਿਹੜੇ? ਕਹਿਣਗੇ ਤੇਰੀ ਹਉਮੈ ਦੇ, ਤੇਰੀ ਮੈਂ ਦੇ, ਤੇਰੇ ਆਪਣੇ ਦੇ ਕਿਰਮ ਨੇ, ਵਿਚਾਰਾਂ ਦੇ। ਹੈਰਾਨ ਹੋ ਗਿਆ ਬਾਬਾ, ਕੀ ਹੋ ਗਿਆ, ਭੁੱਲ ਕਿੱਥੇ ਹੋ ਗਈ? ਕਹਿਣ ਲੱਗੇ ਭਾਈ ਜਦੋਂ ਅਸੀਂ ਮੰਗਿਆ ਸੀ ਨਾ, ਤੂੰ ਸਾਨੂੰ ਦਿੱਤਾ ਨਹੀਂ। ਮਹਾਰਾਜ ਆਪ ਤੇ ਮਿਲੇ ਹੀ ਨਹੀਂ, ਆਪ ਤੇ ਤਾਂ ਦਰਸ਼ਨ ਹੋਏ ਹੀ ਨਹੀਂ, ਹੁਣ ਹੋਏ ਨੇ। ਕਹਿਣ ਲੱਗੇ ਗੁਰਸਿੱਖ ਦੇ ਰੂਪ 'ਚ ਕਿਹਨੂੰ ਮੰਗਿਆ ਸੀ? ਆ ਕੱਟੂ ਨੇ ਮੰਗਿਆ ਹੈ, ਤੇ ਇਸ ਨੂੰ ਕੀ ਤੂੰ ਸਧਾਰਨ ਜਿਹਾ ਬਾਬਾ ਸਮਝ ਕੇ ਤੋਰ ਛੱਡਿਆ? ਨਹੀਂ ਨਹੀਂ, ਮੈਂ ਹਰ ਗੁਰਸਿੱਖ ਦੇ 'ਚ ਵਰਤਦਾ ਹਾਂ, ਹਰ ਪਿਆਰ ਵਾਲਾ ਬਜ਼ੁਰਗ, ਹਰ ਪਿਆਰ ਵਾਲਾ ਬਾਲਕ ਜੋ ਵੀ ਸ਼ਰਧਾ ਦੇ ਨਾਲ ਗੁਰੂ ਵੱਲ ਆਉਂਦਾ ਹੈ ਨਾ, ਉਹ ਗੁਰੂ ਉਹਨਾਂ ਦੇ ਅੰਗ ਸੰਗ ਹੁੰਦਾ। ਅਸੀਂ ਪੜ੍ਹਦੇ ਹੀ ਹਾਂ, ਅਸੀਂ ਐਵੇਂ ਪੜ੍ਹਨਾ ਛੱਡੀਏ। ਸਦਾ ਅੰਗ ਸੰਗੇ, ਆਹ ਦੋ ਲਫ਼ਜ਼ ਬੜੇ ਨਿੱਕੇ ਨਿੱਕੇ ਨੇ ਨਾ, ਸਦਾ ਅੰਗ ਸੰਗੇ। ਅਸੀਂ ਤੇ ਐਵੇਂ ਪੜ੍ਹ ਛੱਡਦੇ ਹਾਂ। ਸਮਝ ਸਕੀਏ ਤੇ ਬਹੁਤ ਕੁਝ ਹੈ ਇਹਨਾਂ ਦੇ ਵਿੱਚ, ਸਮਝ ਸਕੀਏ। ਸਦਾ ਅੰਗ ਸੰਗੇ ਅਪੰਗ ਅੰਗ ਵਿਭੂਤੇ, ਉਹ ਅਪੰਗ ਹੈ, ਇੱਕ ਰਸ ਹੈ। ਕਹਿਣ ਲੱਗੇ ਸਤਿਗੁਰ ਦੀ ਸੇਵਾ ਕਰਿਆ ਕਰੋ, ਜੇ ਦੁੱਖਾਂ ਤੋਂ ਬਚਣਾ ਤੇ ਸਤਿਗੁਰ ਦੀ ਸੇਵਾ ਕਰੋ। ਕਿੱਦਾਂ ਕਰੀਏ? ਕਿਹੜਾ ਸਤਿਗੁਰ? ਦੂਸਰਾ ਸਰੂਪ ਉਹਦਾ, ਜਿਨ ਹਰ ਹਰ ਨਾਮ ਦ੍ਰਿੜਾਇਆ। ਹੁਣ ਸਾਧੂ ਜਨ ਸਤਿਗੁਰ ਕਿਸ ਤਰ੍ਹਾਂ ਪਹਿਚਾਣ ਲੱਗੇ ਪਏ ਗੁਰੂ? ਇੱਥੇ ਗੁਰੂ ਵਰਤ ਰਹੇ ਨੇ। ਜਿੱਥੇ ਵੀ ਕੋਈ ਵਡੇਰਾ, ਜਿੱਥੇ ਵੀ ਕੋਈ ਗੁਰਮੁਖ ਸੰਗਤ ਵਿੱਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ, ਸਮਝ ਲਓ ਉੱਥੇ ਸਤਿਗੁਰੂ ਵਰਤ ਰਹੇ ਨੇ। ਹਾਂ, ਜਿੱਥੇ ਕੋਈ ਜੀ ਨਾਮ ਜਪਣ ਤੋਂ ਤੋੜ ਰਿਹਾ, ਉੱਥੇ ਅਸੀਂ ਫਿਰ ਕਹਿਣਾ ਪਏਗਾ ਵੀ ਸਤਿਗੁਰੂ ਤੋਂ ਟੁੱਟਾ ਹੋਇਆ ਹੈ। ਬਹੁਤ ਲੋਕ ਨੇ ਜੋ ਬਹਿ ਕੇ ਕਹਿੰਦੇ ਨਾਮ ਨਹੀਂ ਜਪਣਾ ਚਾਹੀਦਾ, ਕਹਿੰਦੇ ਹੋਣਗੇ ਨਾ, ਨਹੀਂ, ਉਹਨਾਂ ਤੋਂ ਬਚ ਕੇ ਰਹੀਏ। ਉਹਨਾਂ ਲੋਕਾਂ ਤੋਂ ਬਚੀਏ। ਕਿਹਨਾਂ ਤੋਂ? ਸੰਸਾਰ ਦੇ ਕਿਸੇ ਮਨੁੱਖ ਪਿਆਰੇ ਤੋਂ ਨਾ ਬਚੀਏ, ਸਿਰਫ ਉਹਨਾਂ ਲੋਕਾਂ ਤੋਂ ਬਚੀਏ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਤੋੜਦੇ ਨੇ। ਬਸ ਇਤਨਾ ਹੀ ਖਿਆਲ ਰੱਖੀਏ, ਸਾਕਤ ਸੰਗ ਨਾ ਕੀਜੀਐ, ਦੂਰ ਜਾਈਏ ਭਾਗ। ਜਿਹੜੇ ਗੁਰੂ ਨਾਮ ਤੋਂ, ਵਾਹਿਗੁਰੂ ਨਾਮ ਤੋਂ ਹੋੜਦੇ ਨੇ, ਤੋੜਦੇ ਨੇ, ਬਈ ਉਹਨਾਂ ਤੋਂ ਦੂਰ ਹੀ ਭਲੀ। ਠੀਕ ਹੈ, ਤੁਸੀਂ ਆਪਣੇ ਰਾਜੀ ਰਹੋ, ਸਾਨੂੰ ਆਪਣੇ ਗੁਰੂ ਕਾ ਗੁਰੂ ਗੁਰੂ ਜਪਣ ਦਿਓ, ਅਸੀਂ ਤੁਹਾਡਾ ਕੁਝ ਨਹੀਂ ਲੈਂਦੇ। ਜਿੱਥੇ ਨਾਮ ਦ੍ਰਿੜ ਕੀਤਾ ਜਾ ਰਿਹਾ, ਜਿੱਥੇ ਬਾਰੰਬਾਰ ਤੇ ਗੁਰੂ ਕਾ ਉਪਦੇਸ਼ ਬਾਰ-ਬਾਰ ਮਿਲਦਾ ਹੈ। ਆ ਇੱਕ ਸ਼ਲੋਕ ਤੇ ਬਹੁਤ ਵਾਰ ਪੜ੍ਹਦੇ ਨਾ ਆਪਾਂ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਕਿਤਨਾ ਪਿਆਰਾ ਸ਼ਲੋਕ ਹੈ, ਔਰ ਹਰ ਵਾਰ ਸੰਗਤ ਕੀਰਤਨ ਦੇ ਸੰਪੂਰਨਤਾ 'ਤੇ ਪੜ੍ਹਦੀ ਹੈ। ਮਹਾਰਾਜ ਕਹਿਣ ਲੱਗੇ ਸਤਿਗੁਰ ਦੀ ਸੇਵਾ ਕਰੋ, ਉਹਦਾ ਸਰੂਪ ਹੈ ਗੁਰਸਿੱਖ ਸਾਧੂ ਜਨ, ਉਹਦੀ ਪਹਿਚਾਣ ਮਾਤਰ ਵਿਚਾਰ ਕੇ ਜਿੱਥੇ ਨਾਮ ਦ੍ਰਿੜ ਹੋ ਰਿਹਾ ਹੈ, ਜਿੱਥੇ ਕੋਈ ਨਾਮ ਦ੍ਰਿੜ ਕਰਨ ਦੀ ਗੱਲ ਕਰ ਰਿਹਾ ਹੈ, ਉਹ ਭਾਵੇਂ ਉਮਰ ਕਰਕੇ ਬਾਲਕ ਹੈ, ਭਾਵੇਂ ਬਾਲਕਾਂ ਦੀ ਸੰਗਤ ਹੈ ਤੇ ਭਾਵੇਂ ਬਜ਼ੁਰਗਾਂ ਦੀ, ਜਿੱਥੇ ਵੀ ਨਾਮ ਦ੍ਰਿੜ ਕੀਤਾ ਜਾ ਰਿਹਾ, ਜੋ ਨਾਮ ਦ੍ਰਿੜ ਹੋ ਰਿਹਾ ਹੈ, ਕਿਉਂਕਿ ਗੁਰੂ ਹੀ ਨਾਮ ਦ੍ਰਿੜ ਕਰਵਾਉਂਦੇ ਜੀ। ਸਾਨੂੰ ਇੱਕ ਬਚਨ ਵਡੇਰੇ ਦਿੱਤਾ, ਨਾਮ ਕਾ ਦਾਤਾ ਸਤਿਗੁਰੂ ਹੈ। ਸਤਿਗੁਰੂ ਹੀ ਨਾਮ ਦਿੰਦੇ ਨੇ। ਤਿਜਨ ਹਰ ਹਰ ਨਾਮ ਦ੍ਰਿੜਾਇਆ। ਅੱਛਾ, ਫਿਰ ਹੋਰ ਕੀ ਕਰੀਏ? ਕਹਿਣ ਲੱਗੇ ਸੋ ਸਤਿਗੁਰ ਪੂਜੋ ਦਿਨ ਸਰਾਤ। ਪਿਆਰਿਓ, ਉਸ ਸਤਿਗੁਰ ਦੀ ਦਿਨ ਰਾਤ ਪੂਜਾ ਕਰਿਆ ਕਰੋ। ਸਾਡੇ ਵਾਲੇ ਕਹਿਣਗੇ ਲਿਖੋ ਜੀ ਸੱਚ ਪੂਜਾ ਕਰਦੇ ਹੀ ਨਹੀਂ, ਪੂਜਾ ਤੇ ਉਹ ਲੋਕ ਕਰਦੇ ਨੇ, ਪੂਜਾ ਤੇ ਫਲਾਣੇ ਕਰਦੇ ਨੇ। ਨਹੀਂ, ਮਹਾਰਾਜ ਕਹਿੰਦੇ ਪੂਜਾ ਕਰਿਆ ਕਰੋ। ਕਿੱਦਾਂ ਕਰਿਆ ਕਰੀਏ? ਪਰ ਪੂਜਾ ਦੇ ਵਿਧੀ ਤੁਹਾਨੂੰ ਪਤਾ ਹੋਣਾ ਚਾਹੀਦਾ। ਵੇਖਿਆ ਨਾ ਆਪਣੇ ਆ ਕਿਸੇ ਸਿਆਣੇ ਵਿਅਕਤੀ ਕੋ ਬੈਠੀਏ ਜੋ ਸਨਾਤਨ ਮੰਡਲ ਦਾ ਧਾਰਨੀ ਹੋਵੇ, ਉਹਨੂੰ ਪੁੱਛੀਏ ਕਿ ਪੂਜਾ ਦਾ ਵਿਧਾਨ ਕੀ ਹੈ, ਉਹ ਦੱਸ ਦੇਵੇਗਾ ਥਾਲੀ ਚਾਹੀਦੀ, ਮੰਤਰ ਚਾਹੀਦੇ, ਫੁੱਲ ਚਾਹੀਦਾ, ਜੋ ਬਹੁਤ ਸਾਰੇ ਆਈਟਮ ਲਿਖੇਗਾ ਤਾਂ ਕਹੇਗਾ ਹੁਣ ਪੂਜਾ ਹੈ। ਫਿਰ ਅਲੱਗ-ਅਲੱਗ ਦੇਵੀ ਦੇਵਤੇ ਦੀ ਅਲੱਗ-ਅਲੱਗ ਪੂਜਾ ਹੈ। ਇਹ ਸਮਝ ਆ ਗਈ ਕਿ ਪੂਜਾ ਵਾਸਤੇ ਕੋਈ ਵਿਧਾਨ ਚਾਹੀਦਾ, ਪੂਜਾ ਵਾਸਤੇ ਕੋਈ ਸਾਮਾਨ ਚਾਹੀਦਾ। ਹੁਣ ਸਤਿਗੁਰ ਦੀ ਪੂਜਾ ਕਿਵੇਂ ਕਰੀਏ? ਬੜਾ ਪਿਆਰਾ ਬਚਨ ਹੈ, ਕਿਤੇ ਆਪਨੇ ਪਾਠ ਕਰਦੇ ਪੜ੍ਹਿਆ ਹੋਣਾ, ਪਿੱਛੇ ਪੜ੍ਹਾਏ ਹੋਗੇ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਪੂਜਾ ਕਰਿਆ ਕਰੋ। ਤੇ ਸਾਡੀ ਪੂਜਾ ਕਿਹੜੀ ਹੈ ਭਾਈ? ਨਾਮ ਧਿਆਇਆ ਕਰੋ। ਭਾਈ ਸਾਹਿਬ ਇਹਨਾਂ ਤੁਕਾਂ ਦੀ ਵਿਆਖਿਆ ਕਰਦੇ ਭਾਈ ਜਸਵੀਰ ਸਿੰਘ ਗਿੱਧ ਕਹਿੰਦੇ ਹੁੰਦੇ ਸੀ ਕਿ ਜਦੋਂ ਤੁਹਾਡੇ ਮਨ 'ਚ ਤੁਕਾਂ ਕਿਤੇ ਪੜ੍ਹੋ ਨਾ ਕਿ ਭਾਈ ਸਤਿਗੁਰ ਪੂਜੋ ਜਾਂ ਪੂਜਾ ਕੀਚੈ, ਤੇ ਕੀ ਕਰੀਏ? ਤੁਸੀਂ ਸਾਵਧਾਨ ਬਹਿ ਜਾਓ, ਨੇਤਰ ਬੰਦ ਕਰ ਲਓ, ਇਹ ਭਾਵ ਰੱਖੋ ਕਿ ਮੈਂ ਆਪਣੇ ਸਤਿਗੁਰ ਦੇ ਬਿਲਕੁਲ ਸਨਮੁਖ ਬੈਠਾ। ਜਿਵੇਂ ਕਦੇ ਕਦੇ ਆਪਾਂ ਮੱਥਾ ਟੇਕਦੇ ਗੋਡਿਆਂ ਪਰਨੇ ਹੋ ਕੇ ਬਹਿ ਜਾਈਦਾ ਨਾ, ਥੋੜ੍ਹਾ ਜਿਹਾ ਸਮਾਂ ਤੇ ਅਦਬ ਭਾਵ ਬਣ ਜਾਏ
ਤੇ ਆਪਾਂ ਮੱਥਾ ਟੇਕਦੇ ਮਹਾਰਾਜ ਦੇ ਅਦਬ 'ਚ ਹਜ਼ੂਰ ਅੱਗੇ ਬਹਿ ਜੀ ਤੇ ਅਰਦਾਸ ਕਰਦੇ। ਕਹਿਣ ਲੱਗੇ ਇਵੇਂ ਸਤਿਗੁਰ ਦੇ ਸਨਮੁਖ ਆਪਣੇ ਆਪ ਨੂੰ ਮਹਿਸੂਸ ਕਰਕੇ ਬੈਠੋ ਕਿ ਅਸੀਂ ਆਪਣੇ ਸਤਿਗੁਰ ਦੇ ਸਨਮੁਖ ਬੈਠੇ ਹਾਂ। ਹੌਲੀ ਹੌਲੀ ਸਤਿਗੁਰ ਦੇ ਸਨਮੁਖ ਹੁੰਦੇ ਹੁੰਦੇ ਮਸਤਕ ਜ਼ਮੀਨ 'ਤੇ ਟਿਕਾ ਦਿਓ। ਮਸਤਕ ਜ਼ਮੀਨ 'ਤੇ ਟਿਕਿਆ ਹੋਵੇ ਤੇ ਭਾਵ ਕੀ ਲੈਣਾ ਹੈ? ਮੈਂ ਆਪਣੇ ਹੱਥਾਂ ਦੇ ਮਹਾਰਾਜ ਕੇ ਚਰਨ ਪਕੜੇ ਨੇ, ਮੇਰਾ ਮਸਤਕ ਮਹਾਰਾਜ ਜੀ ਦੇ ਚਰਨਾਂ 'ਤੇ ਟਿਕਿਆ ਹੋਇਆ ਤੇ ਹਿਰਦੇ 'ਚ ਕੀ ਧੁਨ ਚੱਲ ਰਹੀ ਹੋਵੇ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇਰਾ ਸ਼ੁਕਰ ਹੈ। ਬਸ ਲਗਾਤਾਰ ਗੁਰੂ ਗੁਰੂ ਜਪਦੇ ਰਹੋ। ਕੀ ਹੋਏਗਾ? ਧਿਆਨ ਨਾਲ ਗੁਰੂ ਕੇ ਚਰਨ ਪਕੜ ਲਓ, ਧਿਆਨ ਦੇ ਨਾਲ ਗੁਰੂ ਕੇ ਚਰਨ ਪਲੋਸ ਲਓ। ਤੇ ਪਿਆਰੇ ਕਹਿੰਦੇ ਨੇ ਜਿਹੜੇ ਧਿਆਨ ਦੇ ਨਾਲ ਇਸ ਤਰ੍ਹਾਂ ਗੁਰੂ ਕੇ ਚਰਨ ਪਕੜਦੇ ਨਾ, ਫਿਰ ਉਹਨਾਂ ਨੂੰ ਗੁਰੂ ਕਿਰਪਾ ਵੀ ਵਰਤਾ ਦਿੰਦੇ ਨੇ। ਮਹਾਰਾਜ ਕਹਿਣ ਲੱਗੇ ਸੋ ਸਤਿਗੁਰ ਪੂਜੋ, ਉਹ ਸਤਿਗੁਰ ਦੀ ਪੂਜਾ ਕਰਿਆ ਕਰੋ। ਪੂਜਾ ਕਰਨ ਦੀ ਅਗਰ ਕਿਸੇ ਦੀ ਆ ਹੋਵੇ ਤੇ ਭਾਈ ਇੱਦਾਂ ਫੁੱਲ ਰੱਖਦੇ ਨਾ ਲਿਆ ਕੇ, ਧਿਆਨ ਦੇ ਨਾਲ ਗੁਰੂ ਸਚਰਨਾਂ 'ਚ ਫੁੱਲ ਰੱਖਿਆ ਕਰੋ। ਸ਼ਾਇਦ ਆਪ ਨੂੰ ਪਤਾ ਹੈ, ਅਸੀਂ ਤਾਂ ਕਈ ਵਾਰ ਟੀਕਾ ਟਿੱਪਣੀ ਗਾਹੇ ਬਗਾਹੇ ਕਰਦੇ ਰਹਿ ਜਾਂਦੇ ਹਾਂ। ਸਤਿਗੁਰੂ ਦੇ ਪਰਿਵਾਰਾਂ ਵਿੱਚ ਐਸੇ ਬਹੁਤ ਪਿਆਰੇ ਪਿਆਰੇ ਕਰਤੱਵ ਨੇ, ਜੇ ਕਿਤੇ ਸਮਝਣ ਲੱਗ ਪਈਏ ਤੇ ਗੱਲਾਂ ਬਹੁਤ ਪਿਆਰੀਆਂ ਖੁੱਲ੍ਹਦੀਆਂ ਨੇ। ਪਾਤਸ਼ਾਹ ਦਸ਼ਮੇਸ਼ ਸਾਹਿਬ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਜੀਤੋ ਜੀ, ਉਹਨਾਂ ਦਾ ਨਿਯਮ ਹੈ ਕਿ ਰੋਜ਼ਾਨਾ ਸਵੇਰੇ ਜਦੋਂ ਇਸ਼ਨਾਨ ਪਾਤ ਨਿਤਨੇਮ ਤੋਂ ਵਿਹਲੇ ਹੋ ਕੇ ਦਸ਼ਮੇਸ਼ ਦੇ ਦਰਸ਼ਨ ਕਰਨੇ ਤੇ ਇੱਕ ਫੁੱਲ ਮਾਲਾ ਦਸ਼ਮੇਸ਼ ਨੂੰ ਪਹਿਨਾਵਣੀ। ਆਪਣਾ ਭਾਵ ਹੈ ਉਹਨਾਂ ਦਾ, ਦੁਨਿਆਵੀ ਤੌਰ 'ਤੇ ਉਹਨਾਂ ਦੇ ਪਤੀ ਨੇ, ਰੂਹਾਨੀ ਤੌਰ 'ਤੇ ਸਤਿਗੁਰੂ ਨੇ, ਤੇ ਰੋਜ਼ਾਨਾ ਇੱਕ ਫੁੱਲ ਮਾਲਾ ਮਾਲੀ ਪਰੋ ਕੇ ਰੱਖ ਲਿਆਂਦੇ ਨੇ। ਆਪ ਸਿਮਰਨ ਕਰਦੇ, ਵਾਹਿਗੁਰੂ ਵਾਹਿਗੁਰੂ ਕਰਦੇ ਮਾਲਾ ਬਣਾਉਂਦੇ ਨੇ, ਤੇ ਜਦੋਂ ਦਰਸ਼ਨ ਕਰਨ ਜਾਂਦੇ ਨੇ ਫਿਰ ਮਾਲਾ ਪਹਿਨਾਉਂਦੇ ਨੇ। ਸ਼ਾਇਦ ਯਾਦ ਹੈ ਆਪ ਨੂੰ, ਇੱਕ ਵਾਰ ਉਹ ਜਿਹੜੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ ਮਾਤਾ ਜੀ ਨੇ ਫੁੱਲਾਂ ਦੇ ਮਾਲਾ ਪਰੋਣੀ ਸੀ, ਉਹੀ ਫੁੱਲ ਰੋਡੇ ਜਲਾਲੀ ਨੇ ਤੋੜ ਦਿੱਤੇ ਸਨ। ਤੇ ਜਿਹੜਾ ਸੋਹਣਾ ਤੇ ਮੋਹਨਾ ਮਾਲੀ ਉਹ ਦੰਪਤੀ ਸੇਵਾ ਕਰਦੇ ਸਨ, ਜਦੋਂ ਫੁੱਲ ਟੁੱਟੇ ਦੇਖੇ ਤਾਂ ਵਿਚਾਰੇ ਬੇਹੋਸ਼ ਹੋ ਗਏ ਸਨ। ਸਮੇਂ 'ਤੇ ਫੁੱਲ ਨਹੀਂ ਆਏ, ਜਿਵੇਂ ਰੋਜ਼ਾਨਾ ਨਿਯਮ ਸੀਗਾ ਵੀ ਇੰਨੇ ਵਜੇ ਉਹ ਫੁੱਲਾਂ ਦੀ ਟੋਕਰੀ ਲਿਆ ਕੇ ਮਾਤਾ ਜੀ ਕੇ ਦਰਵਾਜ਼ੇ 'ਤੇ ਧਰ ਦਿੰਦੇ। ਮਾਤਾ ਜੀ ਆਪਣਾ ਦਰ ਖੋਲ੍ਹਦੇ, ਸਾਹਮਣੇ ਫੁੱਲਾਂ ਦੀ ਟੋਕਰੀ ਹੁੰਦੀ, ਫੁੱਲ ਚਾਹ ਲੈਂਦੇ। ਉਹ ਫਿਰ ਆਪ ਪਿਆਰ ਦੇ ਨਾਲ ਮਾਲਾ ਪਰੋਂਦੇ। ਉਹ ਇੱਕ ਟਾਈਮਿੰਗ ਨੇਮ ਸੀ ਨਾ ਵੀ ਇੰਨੇ ਸਭ ਕੁਝ ਹੋ ਹੀ ਜਾਣਾ। ਹੁਣ ਮਾਤਾ ਜੀ ਨੇ ਆਪਣਾ ਦਰਵਾਜ਼ਾ ਖੋਲ੍ਹਿਆ ਤੇ ਫੁੱਲ ਨਹੀਂ ਆਏ। ਮਾਤਾ ਜੀ ਨੇ ਬਾਹਰ ਦੇਖਿਆ, ਜਦ ਧਿਆਨ ਉਸ ਪਾਸੇ ਕੀਤਾ ਤੇ ਦੇਖਿਆ ਸੋਹਿਨਾ ਮੋਹਿਨਾ ਹੀ ਨਹੀਂ ਆਏ। ਮਾਤਾ ਜੀ ਆਪ ਬਗੀਚੇ 'ਚ ਪਹੁੰਚ ਗਏ, ਦੇਖਿਆ ਸੋਹਿਨਾ ਮੋਹਿਨਾ ਜਿੱਥੇ ਫੁੱਲ ਤੋੜਨੇ ਸੀ ਉੱਥੇ ਗਏ ਸਨ, ਅੱਗੇ ਫੁੱਲ ਹੈ ਨਹੀਂ ਸੀ। ਸੋਹਿਨਾ ਮੋਹਿਨਾ ਉੱਥੇ ਵਿਚਾਰੇ ਬੇਹੋਸ਼ ਬੇਸੁਰਤ ਪਏ ਨੇ। ਹੁਣ ਜਦੋਂ ਮਾਤਾ ਜੀ ਸੋਹਿਨਾ ਮੋਹਿਨਾ ਕੋਲ ਪਹੁੰਚ ਗਏ ਨੇ, ਇੱਧਰ ਦਸ਼ਮੇਸ਼ ਸਾਹਿਬ ਜੀ ਦਾ ਨਿਯਮਤ ਸਮਾਂ ਸੀ ਵੀ ਇੰਨੇ ਵਜੇ ਮਾਤਾ ਜੀਤੋ ਜੀ ਆਉਂਦੇ ਨੇ, ਤੇ ਉਹ ਇਸ ਤਰ੍ਹਾਂ ਮੱਥਾ ਟੇਕ ਕੇ ਫੁੱਲ ਮਾਲਾ, ਹੁਣ ਉਹ ਨਹੀਂ ਆਏ। ਪਾਤਸ਼ਾਹ ਦਸ਼ਮੇਸ਼ ਵੀ ਕੀ ਗੱਲ, ਰੋਜ਼ਾਨਾ ਜੀਤੋ ਜੀ ਆਉਂਦੇ ਸੀ, ਅੱਜ ਨਹੀਂ ਆਏ। ਆ ਬਾਹਰ ਕੇ ਨਿਕਲੇ, ਥੋੜ੍ਹਾ ਧਿਆਨ ਦੇਖਿਆ ਤੇ ਮਾਤਾ ਜੀ ਤਾਂ ਬਗੀਚੇ 'ਚ ਨਜ਼ਰ ਆਏ। ਦਸ਼ਮੇਸ਼ ਵੀ ਬਗੀਚੇ 'ਚ ਪਹੁੰਚ ਗਏ। ਹੁਣ ਦੇਖਿਆ ਸੋਹਿਨਾ ਮੋਹਿਨਾ ਬੇਸੁਰਤ ਪਏ ਨੇ, ਮਾਤਾ ਜੀ ਕੋਲ ਬੈਠੇ ਨੇ, ਕੋਲ ਦਸ਼ਮੇਸ਼ ਬੈਠ ਗਏ ਨੇ। ਬੜੇ ਪਿਆਰ ਦੇ ਨਾਲ ਸੋਹਿਨਾ ਮੋਹਿਨਾ ਸੁਰਤ ਵਿੱਚ ਲਿਆਂਦਾ। ਬਾਅਦ ਵਿੱਚ ਦੁਪਹਿਰੇ ਜਦੋਂ ਉਹੀ ਰੋਡਾ ਜਲਾਲੀ ਆਇਆ ਤੇ ਉਹੀ ਫੁੱਲ ਭੇਟਾ ਕਰਤੇ ਸੀ ਮਹਾਰਾਜ ਨੇ। ਮਹਾਰਾਜ ਨੇ ਕਿਹਾ ਸੀ, ਰੋਡਾ ਮੇਰੇ ਕੋਲ ਆਉਣਾ ਖਾਲੀ ਹੱਥ ਆਉਣਾ ਮਨਜ਼ੂਰ ਹੈ, ਪਰ ਕਿਸ ਦਾ ਦਿਲ ਦੁਖਾ ਕੇ ਆਉਣਾ ਮਨਜ਼ੂਰ ਨਹੀਂ ਹੈ। ਬਹੁਤ ਪਿਆਰੀ ਪਿਆਰੀ ਖੇਡਾਂ ਵੈਰਾਗ ਵਾਲੀਆਂ ਤੇ ਪ੍ਰੇਮ ਵਾਲੀਆਂ ਗੁਰੂ ਸਾਹਿਬ ਨੇ ਸਾਨੂੰ ਪਰਿਵਾਰਕ ਮੰਡਲਾਂ 'ਚ ਦਿੱਤੀਆਂ ਨੇ। ਮਹਾਰਾਜ ਕਹਿਣ ਲੱਗੇ ਗੁਰ ਕਰਤੇ 'ਚ ਨਾ ਪੂਜਾ ਕਰਿਆ ਕਰੋ। ਮਹਾਰਾਜ ਕਿੱਦਾਂ ਕਰੀਏ? ਸੋ ਸਤਿਗੁਰ ਪੂਜੋ ਦਿਨ ਸਰਾਤ। ਹੁਣ ਪੂਜਾ ਵਾਸਤੇ ਤੇ ਸਮਾਂ ਨਿਯਤ ਹੁੰਦਾ। ਅਸੀਂ ਸਾਰੇ ਮੰਨਦੇ ਕਿ ਪੂਜਾ ਦਾ ਸਮਾਂ ਹੈ, ਪਰ ਸਤਿਗੁਰ ਦੀ ਪੂਜਾ ਕਦੋਂ ਕਰੀਏ? ਕਿਉਂਕਿ ਦਿਨ ਰਾਤ ਕਰਿਆ ਕਰੋ। ਤੇ ਦਿਨ ਰਾਤ ਕਿਹੜਾ ਕੰਮ ਆਪਾਂ ਕਰ ਸਕਦੇ ਹਾਂ? ਦਿਨ ਰਾਤ ਆਰਾਧਨਾ ਹੋ ਸਕਦੀ ਜੇ, ਦਿਨ ਰਾਤ ਸਿਮਰਨ ਹੋ ਸਕਦਾ ਜੇ। ਹੁਕਮ ਹੈ ਨਾ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ, ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹੱਠ ਹੀਲਾ। ਅੱਜ ਕਹਿਣ ਲੱਗੇ ਸੋ ਸਤਿਗੁਰ ਪੂਜੋ ਦਿਨ ਸਰਾਤ। ਹੁਣ ਦੀ ਪਹਿਚਾਨ ਕੀ? ਕਿਸ ਸਤਿਗੁਰ ਦੀ ਕੈਸੇ ਕਰੀਏ? ਜਿਨ ਜਗਨਨਾਥ ਜਗਦੀਸ਼ ਜਪਾਇਆ। ਹੁਣ ਸਤਿਗੁਰ ਕਿੱਥੇ ਹੈ? ਜਿੱਥੇ ਵੀ ਸਾਨੂੰ ਵਾਹਿਗੁਰੂ ਜੀ ਦੇ ਸਿਮਰਨ ਲਈ ਜਪ ਕੀਤਾ ਕਰਵਾਇਆ ਜਾ ਰਿਹਾ। ਕਦੇ ਕਦੇ ਆਪਾਂ ਦੇਖਦੇ ਨਾ ਸੰਗਤ ਵਿੱਚ
ਕੀਰਤਨੀਆਂ ਕੀਰਤਨ ਕਰਦਾ ਕਰਦਾ ਕਿ ਸਾਰੇ ਜਪੋ ਜਪੋ ਜੀ ਪਿਆਰਿਓ। ਸੰਗਤ ਕਦੇ ਕਦੇ ਗੂੰਜ ਹੁੰਦੀ ਨਾ, ਕੀਰਤਨੀਆਂ ਕਹਿਣ ਲੱਗ ਪੈਂਦਾ ਆਓ ਜਪੀਏ, ਸਮਝ ਲਓ ਸਤਿਗੁਰੂ ਬੋਲਦੇ ਨੇ। ਅਸੀਂ ਤਾਂ ਪਹੁੰਚ ਹੀ ਨਹੀਂ ਪਾਉਂਦੇ ਇੱਥੇ, ਸਾਡੀ ਤੇ ਮੱਤ ਬੁੱਧ ਬਹੁਤ ਓਛੀ ਜੀ ਹੈ। ਅਸੀਂ ਤੇ ਤਰਕ ਟੀਕਾ ਟਿੱਪਣੀ ਇੱਕ ਦੂਜੇ 'ਤੇ ਕਰਦੇ ਰਹਿ ਜਾਂਦੇ ਹਾਂ। ਕੀਰਤਨੀਏ ਦੀ ਉਮਰ ਤੇ ਵੱਡ ਨਹੀਂ ਦੇਖੀ ਦੀ, ਉਹ ਕੌਣ ਹੈ? ਕੀਰਤਨ ਸਟੇਜ 'ਤੇ ਬੈਠਾ ਕੀਰਤਨ ਕਰ ਰਿਹਾ ਨਾ, ਉਹ ਗੁਰੂ ਬੋਲ ਰਹੇ ਨੇ। ਵਿਅਕਤੀ ਨੂੰ ਵਿੱਚੋਂ ਕੱਢ ਦਈਏ, ਬਾਣੀ ਸੁਣਾ ਰਹੇ, ਬਾਣੀ ਸੁਣ ਰਹੇ ਨਾ, ਤੇ ਬਾਣੀ ਤੇ ਗੁਰੂ ਹੈ। ਵਿੱਚ ਬਾਣੀ ਅੰਮ੍ਰਿਤ ਸਾਰੇ ਅਸੀਂ ਪੜ੍ਹਦੇ ਹਾਂ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ। ਹੁਣ ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਬੋਲ ਕੀਰਤਨ ਮੂੰਹ ਫੁੱਟਦਾ ਸਾਰੇ ਜਪੋ, ਤੇ ਉਹ ਕਿੱਥੋਂ ਆ ਜਾਂਦਾ ਹੈ? ਨਹੀਂ, ਕਰਤੇ ਦੇ ਹੁਕਮ ਸਦਕੇ ਦੇ ਮੁੱਖੋਂ ਨਿਕਲਦਾ ਹੈ। ਉਹਦਾ ਭਾਵ ਹੈ ਉਦੋਂ ਗੁਰੂ ਬੋਲਦੇ ਨੇ। ਇਸੇ ਕਰਕੇ ਉਦੋਂ ਹਰ ਕੋਈ ਜੀ ਜਿੰਨੀ ਕੁ ਸਮਰੱਥਾ ਹੁੰਦੀ ਹੈ ਉਦੋਂ ਜਪਣ ਲੱਗ ਪੈਂਦਾ। ਕੀਰਤਨੀਆਂ ਤੁਕ ਪਿਆਰੀ ਜੀ ਨਾਲ ਗਾਉਂਦਾ ਹੈ, ਸਾਰੇ ਜ਼ਰੂਰੀ ਨਹੀਂ ਕਿ ਅਸੀਂ ਉਹਦੇ ਨਾਲ ਰਾਗ ਲੈ ਧਰਮ ਨੂੰ ਮਿਲਾ ਪਾਵਾਂਗੇ, ਐਸਾ ਜ਼ਰੂਰੀ ਨਹੀਂ, ਕਿਉਂਕਿ ਅਸੀਂ ਸਿੱਖੇ ਹੋਏ ਨਹੀਂ ਹੁੰਦੇ, ਪਰ ਫਿਰ ਵੀ ਉਹ ਨਾਲ ਲੈ ਤੁਰਦੇ ਨੇ। ਜਿੱਥੇ ਨਾਮ ਜਪਾਇਆ ਜਾ ਰਿਹਾ ਤੇ ਨਾਮ ਜਪਿਆ ਜਾ ਰਿਹਾ, ਜੋ ਹੈ ਨਾ ਆਪ ਜਪੈ ਅਵਰ ਹੈ ਨਾਮ ਜਪਾਵੈ। ਜਿੱਥੇ ਵੀ ਨਾਮ ਜਪਿਆ ਜਾ ਰਿਹਾ ਹੈ, ਨਾਮ ਜਪਾਇਆ ਜਾ ਰਿਹਾ ਹੈ, ਉੱਥੇ ਸਤਿਗੁਰੂ ਹੈ। ਔਰ ਉੱਥੇ ਉਸੇ ਭਾਵ ਦੇ ਵਿੱਚ ਅਸਾਂ ਟਿਕਣਾ। ਸਤਿਗੁਰ ਦੀ ਪੂਜਾ ਦਾ ਭਾਵ ਕੀ ਹੈ? ਅਸੀਂ ਬੈਠ ਕੇ, ਮੰਨ ਲਓ ਕਿਤੇ ਅਸੀਂ ਇਕੱਲੇ ਵੀ ਬੈਠੇ ਆ, ਦੂਰ ਦੁਰਾਡੇ ਸਫ਼ਰ ਕਰਦੇ, ਸਾਨੂੰ ਕੁਝ ਵਕਤ ਮਿਲ ਗਿਆ, ਬੈਠ ਗਏ, ਹੁਣ ਕੀ ਕਰੀਏ? ਮੰਨ ਲਓ ਬੱਸ ਵਿੱਚ ਹੀ ਜਾ ਰਹੇ, ਟ੍ਰੇਨ 'ਚ ਜਾ ਰਹੇ, ਜਹਾਜ਼ 'ਤੇ ਜਾ ਰਹੇ ਹਾਂ, ਸਾਡੇ ਕੋਲ ਕੁਝ ਸਮਾਂ ਹੈ। ਅਸੀਂ ਹੋਰ ਵੀ ਤਾਂ ਦੁਨੀਆ ਭਰ ਦੇ ਉੜ-ਪੁੜ ਕਰਦੇ ਨਾ, ਉੱਥੇ ਬੈਠੇ ਕੋਈ ਪੜ੍ਹ ਰਿਹਾ, ਕੋਈ ਕੁਛ ਕਰ ਰਿਹਾ, ਵੀ ਅੱਖਾਂ ਬੰਦ ਕੀਤੀਆਂ, ਨੇਤਰ ਬੰਦ ਕੀਤੇ, ਆਪਣੇ ਅੰਦਰ ਦੇ ਤਰਨਮ ਧੁਨ ਵਿੱਚ। ਜ਼ਰੂਰ ਨਹੀਂ ਕੋਈ ਉੱਚਾ ਉੱਚਾ ਬੋਲਣਾ ਹੈ, ਹਰ ਵਿਅਕਤੀ ਦਾ ਆਪਣਾ ਇੱਕ ਅੰਦਰ ਦੀ ਧੁਨ ਹੁੰਦੀ ਹੈ, ਉਹਦੇ ਵਿੱਚ ਹੀ ਵਾਹਿਗੁਰੂ 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 ਦੀ ਧੁਨ ਲਗਾ ਦਈਏ। ਆਹ ਪੁਰਾਣੇ ਵਿਅਕਤੀ ਤੇ ਸੁਣਿਆ ਐਸੇ ਅਨੁਭਵੀਆਂ ਦੇ ਕਦੇ ਕਦੇ ਸੰਗ ਕਰਨ ਦਾ ਅਵਸਰ ਮਿਲਿਆ, ਵੀ ਜਦੋਂ ਰੇਲ ਗੱਡੀ 'ਤੇ ਸਫ਼ਰ ਕਰਦੇ ਨਾ, ਤੇ ਰੇਲ ਗੱਡੀ 'ਤੇ ਪਹੀਆਂ ਦੀ ਟਕ ਟਕ ਦੀ ਆਵਾਜ਼ ਆਉਂਦੀ ਨਾ, ਉਹਦੇ ਨਾਲ ਵਾਹਿਗੁਰੂ 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 ਚੱਲਦੇ। ਆ ਕਿਤੇ ਕਾਰਾਂ 'ਤੇ ਮੋਟਰਾਂ 'ਤੇ ਸਫ਼ਰ ਕਰੀਏ, ਉਹਨਾਂ ਦੇ ਇੱਕ ਗੁੰਜਾਰ ਘੂਕਰ ਪੈਂਦੀ ਹੈ ਨਾ, ਉਸ ਨੂੰ ਕਿਤੇ ਸੰਗੀਤ ਕਿਉਂ ਨਹੀਂ ਆਪਾਂ ਮੰਨ, ਕਿਉਂਕਿ ਹਰ ਧੁਨ ਦੇ ਵਿੱਚ ਸੰਗੀਤ ਹੈ। ਸੰਗੀਤ ਆਖਰ ਧੁਨ ਹੀ ਤੇ ਹੈ ਨਾ, ਬਸ ਜਾਨੇ ਸੰਗੀਤ ਵਾਲੇ ਨੇ ਆਪਣੇ ਗਲੇ ਨੂੰ ਉਹਦੇ ਨਾਲ ਸੁਰ ਕੀਤਾ ਹੋਇਆ। ਅਸੀਂ ਨਹੀਂ ਕਰ ਪਏ, ਫਰਕ ਕਿਤਨਾ ਹੈ। ਵੈਸੇ ਹਰ ਗੂੰਜ ਵਿੱਚ ਸੰਗੀਤ ਹੈ, ਕੁਦਰਤ ਵਿੱਚ ਸੰਗੀਤ ਹੈ। ਇਹ ਜਿੰਨੀਆਂ ਵੀ ਆਵਾਜ਼ਾਂ ਬਾਹਰੋਂ ਆ ਰਹੀਆਂ ਨੇ, ਇਹਨਾਂ ਦੇ ਨਾਲ ਬੈਠ ਕੇ ਜਪਿਆ ਜਾ ਸਕਦਾ ਹੈ, ਇਹ ਸੰਭਾਵਿਤ ਹੈ। ਔਰ ਵਡੇਰੇ ਗੁਰਮੁਖਾਂ ਨੇ ਐਸੇ ਤਜਰਬੇ ਕਰ ਕਰਕੇ ਦਿਖਾਏ ਨੇ, ਪਸ਼ੂਆਂ ਦੇ, ਪਕਸ਼ੀਆਂ ਦੇ, ਨਦੀਆਂ ਦਰਿਆਵਾਂ ਦੇ, ਇਹਨਾਂ ਕਲਰ 'ਚ, ਇਹਨਾਂ ਹਲਕੀ ਹਲਕੀ ਧੁਨਾਂ ਦੇ ਵਿੱਚ ਬੈਠ ਕੇ ਕੀਰਤਨ ਕੀਤਾ ਜਾ ਸਕਦਾ, ਜਪ ਕੀਤਾ ਜਾ ਸਕਦਾ। ਅਤੇ ਜਿੱਥੇ ਵੀ ਜਪਿਆ ਜਾ ਰਿਹਾ, ਜਪਾਇਆ ਜਾ ਰਿਹਾ, ਸਮਝ ਲਓ ਉੱਥੇ ਸਤਿਗੁਰੂ ਹੀ ਜਪ ਰਹੇ ਨੇ, ਸਤਿਗੁਰੂ ਹੀ ਜਪਾ ਰਹੇ ਨੇ। ਉਸ ਦੀ ਧਿਆਨ ਕਰਕੇ ਸਿਮਰਨ ਭਾਵ ਰੱਖੀਏ। ਕਹਿਣ ਲੱਗੇ ਫਿਰ ਅੱਗੇ, ਸੋ ਸਤਿਗੁਰ ਦੇਖੋ, ਕੇਵਲ ਉਹਦੀ ਪੂਜਾ ਹੀ ਮਤ ਕਰੋ, ਉਹਦੇ ਦਰਸ਼ਨ ਵੀ ਕਰੋ। ਸਤਿਗੁਰੂ ਦੇ ਦਰਸ਼ਨ ਸਫਲ ਨੇ ਨਾ, ਕਿਉਂਕਿ ਅਸੀਂ ਮੰਨਦੇ ਹਾਂ ਸਤਿਗੁਰ ਦਾ ਦਰਸ਼ਨ ਸਫਲ ਹੈ। ਅਸੀਂ ਮੰਨਦੇ ਹਾਂ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨਹਾਰਾ, ਮੰਨਦੇ ਹਾਂ। ਇਹ ਠੀਕ ਹੈ ਕਿ ਸਾਨੂੰ ਇਹਨਾਂ ਖੁੱਲ੍ਹੀਆਂ ਅੱਖਾਂ ਨੇ ਦੱਸਿਆ ਨਹੀਂ, ਕਿਉਂਕਿ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਅਸੀਂ ਉੱਥੇ ਪਹੁੰਚ ਨਹੀਂ ਪਾਏ। ਅੱਜ ਕਿਤੇ ਗਹਿਰੇ ਉਤਰ ਜਾਣਾ ਆਪਣੇ ਧੁਰ ਕੇਂਦਰ ਤੋਂ। ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਮਹਾਰਾਜ ਨੇ ਸਾਨੂੰ ਸਵੇਰੇ ਸਵੇਰੇ ਕੀ ਉਪਦੇਸ਼ ਦਿੱਤਾ ਹੈ? ਜੋ ਦਿਸੈ ਸੋ ਤੇਰਾ ਰੂਪ। ਤੁਸੀਂ ਜੋ ਦੇਖ ਰਹੇ ਹੋ ਨਾ, ਇਹ ਉਹਦਾ ਹੀ ਰੂਪ ਹੈ। ਅੱਜ ਕਿਤੇ ਇੱਥੇ ਪਹੁੰਚ ਸਕੀਏ, ਸੋ ਸਤਿਗੁਰੂ ਦੇਖੋ। ਦੇਖੋ ਭਾਈ, ਆ ਬੈਠੇ ਨੇ ਕੌਣ ਹੈ? ਇਹ ਸਤਿਗੁਰੂ ਦੇ ਸਰੂਪ ਨੇ। ਅਸੀਂ ਕਹਾਂਗੇ ਦੁਨੀਆਵੀ ਤੌਰ 'ਤੇ ਪੁੱਛੇ ਸਾਨੂੰ ਵੀ ਸੰਗਤ 'ਚ ਦਰਬਾਰ 'ਚ ਕਥਾ ਕਰਨ ਗਏ ਕਿੰਨੇ ਕੁ ਜੀ ਸੀ? ਕਹਾਂਗੇ ਇੰਨੇ ਕੁਮਾਈਆਂ ਬੈਠੀਆਂ ਸਨ, ਇੰਨੇ ਕੁ ਭਾਈ ਬੈਠੇ ਸਨ। ਅਸੀਂ ਇੱਦਾਂ ਵਿਆਖਿਆਵਾਂ ਕਰਾਂਗੇ। ਕਬੀਰ ਸਾਹਿਬ ਅੱਗੇ ਪੁੱਛਿਆ ਕੌਣ ਸੀ, ਕਿਤਨੇ ਸੀ? ਕਹਿਣ ਲੱਗੇ ਪਾਤਸ਼ਾਹ ਇੱਥੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਹਾਰੇ, ਇਹ ਤੇਰੇ ਰੂਪ ਹੀ ਨੇ। ਇਹਨਾਂ ਹਰ ਰੂਪ ਦੇ ਵਿੱਚ ਕਿ ਗੁਰੂ ਨਹੀਂ ਹੈ, ਕਿ ਹਰ ਹਿਰਦੇ ਦੇ ਵਿੱਚ ਗੁਰੂ ਪਰਮੇਸ਼ਰ ਆਪ ਬੈਠੇ ਹੋਏ ਕਥਾ ਕਰਦੇ ਤੇ ਕਥਾ ਸੁਣਦੇ ਨਹੀਂ ਗੇ। ਬਸ ਸਾਨੂੰ ਪਹੁੰਚ ਦੀ ਜ਼ਰੂਰਤ ਹੈ, ਅਸੀਂ ਉੱਥੇ ਪਹੁੰਚ ਨਹੀਂ ਪਾਉਂਦੇ, ਇਸ ਕਰਕੇ ਮਾਰ ਖਾ ਜਾਨੇ ਆ। ਉਹ ਤਾਂ ਕਹਿੰਦੇ ਨੇ ਸਤਿਗੁਰ ਦੇਖੋ, ਆ ਸਾਰੇ ਗੁਰਸਿੱਖਾਂ ਕੇ ਦਰਸ਼ਨ ਕਰੋ, ਤੇ ਇਹਨਾਂ ਗੁਰਸਿੱਖਾਂ ਤੇ ਗੁਰੂ ਕੇ ਦਰਸ਼ਨ ਕਰੋ।
ਹੁਕਮ ਵੀ ਅਸੀਂ ਮੰਨਦੇ ਨਾ ਕਿ ਭਾਈ 5 ਸਿੱਖ ਮਿਲ ਜਾਣ ਤੇ ਖਾਲਸੇ ਕੇ ਦਰਸ਼ਨ। ਆਪ ਰੋਜ਼ਾਨਾ ਕਹੀਦਾ ਨਾ, ਪੂਜਾ ਕਾਲ ਕੀ ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਦਾ। ਤੇ ਖਾਲਸੇ ਦਾ ਦੀਦਾਰ ਹੁਣ ਗਿਣਤੀ ਕਿੱਥੋਂ ਲੱਭੀਏ? ਪਿਆਰਿਆਂ ਸੁਣਿਆ ਸੀ ਨਾ, ਮਹਾਰਾਜ ਦਰਸ਼ਨ ਕਹਿਣ ਲੱਗੇ 5 ਮਿਲ ਜਾਣ। ਮਹਾਰਾਜ ਜੇ 5 ਨਾ ਹੋਵਣ, ਕਹਿਣ ਲੱਗੇ ਕੋਈ ਨਹੀਂ 3 ਮਿਲ ਜਾਣ। ਮਹਾਰਾਜ ਕਿਤੇ ਐਸਾ ਸਮਾਂ ਵੱਧ ਜੇ ਕਿ 3 ਵੀ ਨਾ ਹੋਈਏ, ਕਹਿਣ ਲੱਗੇ 2 ਤੇ ਹੋਵੋਗੇ। ਮਹਾਰਾਜ ਕਿਤੇ ਐਸਾ ਵਕਤ ਹੋਵੇ ਕਿ 2 ਨਾ ਹੋਈਏ, ਤੇ ਕਹਿਣ ਲੱਗੇ ਫਿਰ ਆਪਣਾ ਹੀ ਚਿਹਰਾ ਆਪਣੇ ਸ਼ੀਸ਼ੇ ਦੇਖ ਲੈਣਾ, ਆਪਣੇ ਚਿਹਰਾ ਠਹਿਰੇ ਜਲ 'ਚ ਦੇਖ ਲੈਣਾ। ਉਹ ਤੇਰੇ ਅੰਦਰ ਵੀ ਤੇ ਉਹ ਆਪ ਬੈਠਾ ਹੈ ਜੋ ਬਾਹਰ ਬੈਠਾ ਹੈ। ਇਸ ਕਰਕੇ ਉਹਦੇ ਦਰਸ਼ਨ ਕਰੋ। ਇਹ ਵਿਸ਼ਵ ਸੰਸਾਰ ਤੁਮ ਦੇਖਦੇ ਹੋ, ਹਾਂ ਮਹਾਰਾਜ ਦੇਖਦੇ ਆ, ਇਹ ਹਰ ਕਾ ਰੂਪ ਹੈ, ਇਸ ਤੇ ਰੂਪ ਦਰਸ਼ਨ ਕਰਿਆ ਕਰੋ। ਸੋ ਸਤਿਗੁਰ ਦੇਖੋ, ਕਦੋਂ ਦੇਖੀਏ? ਇੱਕ ਨਿਮਖ ਨਿਮਖ ਹਰ ਪਲ। ਗੁਰੂਦੇਵ ਕਿਰਪਾ ਕਰਨ ਸਾਡਾ ਧਿਆਨ ਇਹਨਾਂ ਬਾਰੀਕ ਹੋ ਜਾਏ। ਹਾਂ ਸਭ ਵਰਤ ਰਿਹਾ ਗੁਰੂ ਹੀ ਗੁਰੂ, ਜੋ ਦੀਸੈ ਸੋ ਤੇਰਾ ਹੀ ਰੂਪ ਹੈ। ਇੱਕ ਨਿਮਖ ਨਿਮਖ ਹੁਣ ਕਿਤਨਾ ਪਤੀਏ? ਜਿਨ ਹਰ ਕਾ ਹਰ ਪੰਥ ਬਤਾਇਆ। ਜਿੱਥੇ ਵੀ ਕੋਈ ਜੀ ਤੁਹਾਨੂੰ ਗੁਰੂ ਦੇ ਰਾਹ 'ਤੇ ਤੁਰਨ ਦੀ ਪ੍ਰੇਰਣਾ ਦੇ ਰਿਹਾ ਜੇ, ਜਿੱਥੇ ਵੀ ਕੋਈ ਗੁਰੂ ਰੱਬ ਦੇ ਮਾਰਗ ਦੀ ਗੱਲ ਕਰਦਾ ਜੇ, ਉੱਥੇ ਗੁਰੂ ਬੋਲਦਾ ਜੇ। ਉਹ ਭਾਵੇਂ ਉਮਰ ਕਰਕੇ ਛੋਟਾ ਬਾਲਕ ਹੈ, ਭਾਵੇਂ ਉਮਰ ਕਰਕੇ ਵੱਡਾ ਹੈ, ਉਹਦਾ ਲਿਬਾਸ ਕਿਹੋ ਜਿਹਾ ਹੈ, ਉਹ ਸਾਡੇ ਨਾਲ ਮਿਲਦਾ ਜੁਲਦਾ ਕਿ ਨਹੀਂ, ਅਗਰ ਉਹ ਰੱਬ ਦੇ ਰਾਹ 'ਤੇ ਤੁਰਨ ਦੀ ਪ੍ਰੇਰਣਾ ਕਰਦਾ ਜੇ ਤੇ ਉੱਥੇ ਗੁਰੂ ਹੈ। ਕਹਿਣ ਲੱਗੇ ਜਿਨ ਹਰ ਕਾ ਹਰ ਮਾਰਗ ਪੰਥ ਬਤਾਇਆ। ਇਸ ਕਰਕੇ ਫਿਰ ਅੱਗੇ ਕਹਿੰਦੇ ਤਿਸ ਸਤਿਗੁਰ ਕੀ ਸਭ ਪਗੀ ਪਾਵੋ। ਉਹ ਪਿਆਰਿਓ ਉਸ ਸਤਿਗੁਰ ਦੇ ਸਭ ਚਰਨੀ ਪੈ ਜਾਓ। ਮਹਾਰਾਜ ਚਰਨੀ ਲੱਗ ਜੀਏ। ਗੁਰੂ ਤੇ ਸ਼ਬਦ ਸਰੂਪ ਹੈ। ਤੇ ਆਪਾਂ ਪੜ੍ਹਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ ਨਾ, ਗੁਰਸਿੱਖਾਂ ਦੇ ਪੈਰੀਂ ਪੈ ਜਾਓ। ਇਸੇ ਕਰਕੇ ਵਡੇਰੇ ਜਿੱਥੇ ਸੰਗਤ ਬੈਠੀ ਹੁੰਦੀ ਚਰਨ ਧੂੜ ਮਸਤਕ ਤੇ ਲਗਾ ਰਹੇ ਹੁੰਦੇ ਨੇ। ਅਸੀਂ ਟੀਕਾ ਟਿੱਪਣੀਆਂ ਕਰਦੇ ਕਰੀ ਜਾਣ ਦਿਓ। ਜਿੱਥੇ ਕੋਈ ਪਿਆਰ ਨਾਲ ਬੈਠੇ ਕੀਰਤਨ ਕਰ ਰਹੇ ਨੇ, ਕੀਰਤਨ ਸੁਣ ਰਹੇ ਨੇ, ਇਹਨਾਂ ਸਾਰਿਆਂ ਦੇ ਪੈਰੀਂ ਪੈ ਜਾਓ, ਚਰਨ ਪਰਸੋ ਇਹਨਾਂ ਦੇ। ਗੁਰਸਿੱਖਾਂ ਕੇ ਹਰ ਚਰਨ ਪਰਸੋ, ਜੋ ਦੀਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ। ਜੋ ਪੱਕੀ ਪਾਵੋ, ਕਿਉਂ? ਜਿਨ ਮੋਹ ਅੰਧੇਰ ਚੁਕਾਇਆ। ਮੋਹ ਨੂੰ ਮਿਟਾ ਦਿੰਦੇ ਜੇ, ਅੰਧੇਰਾ ਚੁਕਾ ਦਿੰਦੇ। ਇਸ ਕਰਕੇ ਪਿਆਰੇ ਕੰਮ ਕਰੋ। ਸੋ ਸਤਿਗੁਰ ਕਹੋ ਸਭ ਧੰਨ ਧੰਨ। ਸਾਰੇ ਕਹੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਿੱਧਾਂ ਵੀ ਕਿਹਾ ਨਾ, ਧੰਨ ਨਾਨਕ ਤੇਰੀ ਵੱਡੀ ਕਮਾਈ। ਅਸੀਂ ਵੀ ਕੀ, ਸਾਡੇ ਗੁਰੂ ਹੀ ਧੰਨ ਹੈ, ਗੁਰੂ ਹੀ ਧੰਨ ਹੈ। ਧੰਨ ਧੰਨ ਜਿਨ ਹਰ ਭਗਤ ਤੇ ਭੰਡਾਰ ਲਹਾਇਆ। ਜਿਹਨੇ ਭਗਤੀ ਦਾ ਭੰਡਾਰ ਖਜ਼ਾਨੇ ਤੁਹਾਨੂੰ ਲਹਾਇਆ, ਮਤਲਬ ਦਵਾ ਦਿੱਤਾ, ਦੇ ਦਿੱਤੇ। ਜਿਸ ਨੇ ਭਗਤੀ ਦਾ ਖਜ਼ਾਨਾ ਹੀ ਸਾਨੂੰ ਸ਼ਬਦ ਸਰੂਪ ਕਰਕੇ ਬਖਸ਼ਿਸ਼ ਕਰਤਾ ਹੈ, ਉਸ ਗੁਰੂ ਨੂੰ ਸਦਾ ਨਮਸਕਾਰ ਕਰੀਏ। ਗੁਰਦੇਵ ਕਿਰਪਾ ਕਰਨ ਅਸੀਂ ਕਿਤੇ ਐਸਾ ਕਰ ਸਕੀਏ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਤੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।